ਨਾਮ ਸੁਣੀਐ ਨਾਮ ਮੰਨੀਐ, ਨਾਮੇ ਵਡਿਆਈ। ਨਾਮ ਸਲਾਹੇ ਸਦਾ ਸਦਾ, ਨਾਮੇ ਮਹਿਲ ਪਾਈ। ਨਾਮ ਬਿਨਾ ਨਾਹੀ ਕੋ ਬੇਲੀ, ਬਿਖਲਾਦੀ ਸਿਰ ਪਾਰਾ। ਹੁਕਮੀ ਆਇਆ ਹੁਕਮ ਨਾ ਬੂਝੈ, ਹੁਕਮ ਸਵਾਰਨ ਹਾਰਾ। ਬਿਠਾ ਸਭ ਸੰਸਾਰ, ਸੁਖ ਨਾਮ ਬਿਨ। ਤਨ ਤਾਨ ਹੋਸੀ ਛਾਰ ਜਾਣੈ ਕੋਇ ਜਨ, ਡਿਠਾ ਸਭ ਸੰਸਾਰ, ਸੁਖ ਨਾਮ ਬਿਨ। ਨਾਮ ਗੋਬਿੰਦ ਕਾ ਸਦਾ ਲੀਜੈ, ਹਲਤ ਸੁਖ ਪਲਤ ਸੁਖ, ਨਿਤ ਸੁਖ ਸਿਮਰਨੋ, ਨਿਤ ਸੁਖ ਸਿਮਰਨੋ। ਤੁਖਾਰੀ ਛੰਤ ਮਹਲਾ ਪਹਿਲਾ। 12 ਮਹਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਤੂੰ ਸੁਣ ਕਿਰਤ ਕਰਮਾ ਪੁਰਬ ਕਮਾਇਆ, ਸਿਰ ਸਿਰ ਸੁਖ ਸਹਮਾ ਦੇ ਸੋ ਤੂੰ ਭਲਾ। ਹਰ ਰਚਨਾ ਤੇਰੀ ਕਿਆ ਗਤ ਮੇਰੀ, ਹਰ ਬਿਨ ਘੜੀ ਨ ਜੀਵਾਂ। ਪ੍ਰਿਯ ਬਾਜ ਦੁਹੇਲੀ ਕੋਇ ਨ ਬੇਲੀ, ਗੁਰਮੁਖ ਅੰਮ੍ਰਿਤ ਪੀਵਾਂ। ਸਤਿਗੁਰਾਂ ਦੀ ਸਾਜੀ ਨਵਾਜੀ ਪਿਆਰੀ ਸਾਧ ਸੰਗਤ ਜੀਓ, ਗੁਰੂ ਖਾਲਸਾ ਜੀਓ ਅਤੇ ਗੁਰਬਾਣੀ ਵਿਚਾਰ ਦੇ ਸਤਵੰਤੇ ਪੁੱਤਵੰਤੇ ਸੱਜਣੋ, ਆਪ ਜੀ ਦੇ ਚਰਨਾਂ ਵਿੱਚ ਆਪਣੀ ਤੁੱਛ ਬੁੱਧੀ ਅਨੁਸਾਰ ਅੱਜ ਤੁਖਾਰੀ ਰਾਗ ਵਿੱਚ 12 ਮਹਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਰਚਿਆ ਹੋਇਆ ਉਹਦੀ ਵਿਚਾਰ ਸ਼ੁਰੂਆਤ ਕਰਨ ਜਾ ਰਹੇ ਹਾਂ। ਤੋ ਧਿਆਨ ਦੇ ਨਾਲ ਸੁਣਿਓ। ਇਹ ਥੋੜ੍ਹਾ ਜਿਹਾ 12 ਮਹਾ ਜਿਵੇਂ ਸੌਖਾ ਲੱਗਦਾ ਨਾ ਆਪਾਂ ਨੂੰ ਮਾਝ ਵਾਲਾ, ਇਹ ਥੋੜ੍ਹਾ ਜਿਹਾ ਡਿਫੀਕਲਟ ਹੈ, ਪਰ ਜੇ ਕੋਸ਼ਿਸ਼ ਕਰੀਏ ਤਾਂ ਕੁਛ ਵੀ ਡਿਫੀਕਲਟੀ ਨਹੀਂ ਹੈ। ਤੂੰ ਸੁਣ ਕਿਰਤ ਕਰਮਾ ਪੁਰਬ ਕਮਾਇਆ। ਹੇ ਵਾਹਿਗੁਰੂ, ਤੂੰ ਮੇਰੀ ਗੱਲ ਸੁਣ। ਅਸੀਂ ਕਿਰਤ ਕਰਮ ਦੇ ਜਿਹੜੇ ਪੁਰਬਲੇ ਕਮਾਈ ਕਰੀ ਹੋਈ ਹੈ ਪਿਛਲੇ ਜਨਮਾਂ ਦੇ ਵਿੱਚ, ਉਹਦੇ ਅਨੁਸਾਰ ਕੰਮ ਕਰਦੇ ਹਾਂ। ਤੂੰ ਮੇਰੀ ਗੱਲ ਸੁਣ। ਸਿਰ ਸਿਰ ਦੁੱਖ ਸਹਾਮਾ ਦੇ ਸੋ ਤੂੰ ਭਲਾ। ਅਸੀਂ ਸਿਰ ਸਿਰ ਦੁੱਖ ਔਰ ਸਹਿਮ, ਦੁੱਖ ਔਰ ਸੁੱਖ ਸਹਿ ਰਹੇ ਹਾਂ, ਤੂੰ ਦੇ ਰਿਹਾ, ਸਾਨੂੰ ਮੰਨਣਾ ਪੈਂਦਾ। ਹਰ ਰਚਨਾ ਤੇਰੀ ਕਿਆ ਗਤ ਮੇਰੀ, ਇਹ ਸਾਰੀ ਰਚਨਾ ਤੇਰੀ ਹੈ, ਮੇਰੀ ਕਿਆ ਗਤ। ਹਰ ਬਿਨ ਘੜੀ ਨਾ ਜੀਵਾਂ, ਮੈਂ ਤੇਰੇ ਤੋਂ ਬਿਨਾਂ ਇੱਕ ਘੜੀ ਵੀ ਜਿਉਂਦਾ ਨਹੀਂ ਰਹਿ ਸਕਦਾ ਜਾਂ ਰਹਿ ਸਕਦਾ। ਪ੍ਰਿਯ ਬਾਜ ਦੁਹੇਲੀ ਕੋਇ ਨਾ ਬੇਲੀ, ਗੁਰਮੁਖ ਅੰਮ੍ਰਿਤ ਪੀਵਾਂ। ਪਤੀ ਤੋਂ ਬਿਨਾਂ ਮੈਂ ਦੁਖੀ ਹਾਂ, ਦੁਹੇਲੀ ਹਾਂ, ਮੇਰਾ ਕੋਈ ਬੇਲੀ ਨਹੀਂ ਹੈ। ਗੁਰੂ ਦੇ ਅਨੁਸਾਰ ਹੋ ਕੇ ਮੈਂ ਅੰਮ੍ਰਿਤ ਪੀਨੀ ਹੈ, ਨਾਮ ਰਸ ਪੀਨੀ ਹੈ, ਨਾਮ ਜਪਦੀ ਹੈ, ਨਾਮ ਧਿਆਉਨੀ ਹੈ, ਨਾਮ ਨੂੰ ਅੰਦਰ ਵਸਾਉਂਦੀ ਹੈ। ਸਾਧ ਸੰਗਤ ਜੀ, ਇਹ ਗੁਰੂ ਨਾਨਕ ਪਾਤਸ਼ਾਹ ਨੇ ਜਿਹੜਾ ਉਹਨਾਂ ਦਾ ਆਖਰੀ ਸਮਾਂ ਸੀਗਾ ਕਰਤਾਰਪੁਰ ਸਾਹਿਬ, ਉੱਥੇ ਇਹ ਬਾਣੀ ਸਭ ਤੋਂ ਬਾਅਦ ਵਿੱਚ ਉਚਾਰੀ ਹੈ। ਲੇਕਿਨ ਇਹਦੇ ਵਿੱਚ ਜ਼ਿਕਰ ਗੁਰੂ ਪਾਤਸ਼ਾਹ ਨੇ ਨਨਕਾਣਾ ਸਾਹਿਬ ਦੇ ਜਿਹੜੇ ਦੁਪਹਿਰੇ ਉੱਥੇ ਕੱਟੇ ਸੀ, ਉਹਨਾਂ ਨੇ ਡੰਗਰ ਚਾਰਦਿਆਂ ਹੋਇਆਂ, ਉਹਦਾ ਜ਼ਿਕਰ ਅਕਸਰ ਆਉਂਦਾ। ਬਾਰ ਦੇ ਵਿੱਚ ਕਿਵੇਂ ਬਿੰਡੇ ਬੋਲਦੇ ਸੀ, ਕਿਵੇਂ ਕੋਇਲ ਬੋਲਦੀ ਸੀ, ਉਹ ਜ਼ਿਕਰ ਆਏਗਾ ਅੱਗੇ ਸਾਰੇ। ਇਹ ਲੱਗਦਾ ਹੈ ਵੀ ਉੱਥੋਂ ਸ਼ੁਰੂਆਤ ਹੋਈ ਸੀ ਜ਼ਿੰਦਗੀ ਦੀ, ਅਤੇ ਹੁਣ ਪਰਮਾਤਮਾ ਦੇ ਨਾਲ ਮਿਲਾਪ ਹੋਣ ਜਾ ਰਿਹਾ। ਵੈਸੇ ਉਹ ਤਾਂ ਉਹਨਾਂ ਨੂੰ ਤਾਂ ਆਪਾਂ ਕਹਿੰਦੇ ਹੀ ਬਈ ਜਨਮ ਨਹੀਂ ਹੈ ਉਹਨਾਂ ਦਾ, ਪ੍ਰਕਾਸ਼ ਹੈ, ਉਹ ਤਾਂ ਪਹਿਲਾਂ ਤੋਂ ਹੀ ਪਰਮਾਤਮਾ ਰੂਪ ਹੈ। ਪਰ ਸਾਡੇ ਵਾਸਤੇ ਉਹਨਾਂ ਨੇ ਇਹ ਬਾਤ ਲਿਖੀ ਹੈ ਵੀ ਪਹਿਲਾਂ ਸ਼ੁਰੂਆਤ ਵਿੱਚ
ਜੋ ਦੇਖਿਆ ਉਹਨਾਂ ਨੇ ਉਹ ਵਿਛੋੜਾ ਸੀਗਾ। ਵਿਛੋੜੇ ਤੋਂ ਬਾਅਦ ਫਿਰ ਮਿਲਾਪ ਹੈ। ਉਹ ਪਹਿਲਾਂ ਵਿਛੋੜੇ ਦੀ ਬਾਤ ਕਰ ਰਹੇ ਹੈ। ਪੰਥ ਨਾਨਕ ਪੰਥ ਨਿਹਾਲੇ ਸਾਧਨ ਤੂੰ ਸੁਣ ਆਤਮ ਰਾਮ। ਨਾਨਕ ਸਾਹਿਬ ਜੀ ਆਪਣੇ ਆਪ ਨੂੰ ਕਹਿ ਰਹੇ, ਹੇ ਨਾਨਕ ਪੰਥ ਨਿਹਾਲੇ ਸਾਧਨ ਸੁਣ ਤੂੰ ਆਤਮ ਰਾਮ। ਉਹ ਧਨ ਇਸਤਰੀ, ਸਾਧਨ ਵੈਸੇ ਵਿਆਕਰਨ ਦੇ ਨਿਯਮਾਂ ਦੇ ਅਨੁਸਾਰ ਉਹ ਇਸਤਰੀ ਦਾ ਅਰਥ ਨਹੀਂ ਹੈ। ਸਾਧਨ ਇਕੱਠਾ ਸ਼ਬਦ ਹੈ, ਇਸਤਰੀ ਸ਼ਬਦ ਹੈ। ਜਿਵੇਂ ਇੱਕ ਸੰਦਾ ਸ਼ਬਦ ਆਉਂਦਾ ਨਾ, ਇਹ ਬਿਰਧ ਸੁਆਮੀ ਸੰਦਾ, ਉਹ ਦਾ ਦਾ ਹੀ ਮਤਲਬ ਹੁੰਦਾ ਉਹਦਾ। ਉਹ ਸੰਦਾ ਤੁਕਾਂਤ ਪੂਰਾ ਕਰਨ ਖਾਤਰ ਲਿਖਿਆ ਵਾ ਹੁੰਦਾ। ਐਸੇ ਤਰ੍ਹਾਂ ਸ਼ਬਦ ਧਨ ਵੀ ਹੈ, ਸਾਧਨ ਵੀ ਹੈ, ਪਰ ਇਹਨੂੰ ਤੋੜ ਕੇ ਸਾਧਨ ਬਣਾਇਆ ਗਿਆ ਹੈ। ਵਿਆਕਰਨ ਦੇ ਨਿਯਮਾਂ ਦੇ ਸਾਰੇ ਠੀਕ ਨਹੀਂ। ਪੰਥ ਨਿਹਾਲੇ ਸਾਧਨ ਤੂੰ ਸੁਣ ਆਤਮ ਰਾਮ। ਖੜੀ ਪੰਥ ਦੇਖ ਰਹੀ ਹੈ, ਰਸਤਾ ਦੇਖ ਰਹੀ ਹੈ। ਹੇ ਵਾਹਿਗੁਰੂ, ਹੇ ਆਤਮ ਰਾਮ ਤੂੰ ਸੁਣ। ਗੁਰੂ ਨਾਨਕ ਸਾਹਿਬ ਆਪਣੇ ਆਪ ਨੂੰ ਫਰਮਾ ਰਹੇ ਵੀ ਮੈਂ ਤੇਰਾ ਰਸਤਾ ਦੇਖ ਰਿਹਾ। ਸਾਨੂੰ ਸਮਝਾਉਣ ਖਾਤਰ ਕਹਿ ਰਹੇ ਅਸਲ 'ਚੋਂ ਬਈ ਮੇਰੀਆਂ ਅੱਖਾਂ ਤੈਨੂੰ ਤੇਰੇ ਦੀਦਾਰ ਕਰਨ ਵਾਸਤੇ ਤੇਰਾ ਰਸਤਾ ਦੇਖ ਰਹੀਆਂ, ਤੂੰ ਸੁਣ ਲੈ। ਬਬੀਹਾ ਪ੍ਰਿਉ ਬੋਲੇ ਕੋਕਿਲ ਬਾਣੀਆਂ। ਬਬੀਹਾ ਜਿਵੇਂ ਬੋਲਦਾ ਹੈ ਸਵੰਤੀ ਬੂੰਦ ਖਾਤਰ, ਫਿਰ ਚੁੱਪ ਹੋ ਜਾਂਦਾ ਜਦੋਂ ਸਵੰਤੀ ਬੂੰਦ ਮਿਲ ਜਾਂਦੀ ਹੈ। ਕੋਕਿਲ ਬਾਣੀਆਂ, ਕੋਇਲ ਵੀ ਬਾਗਾਂ ਦੇ ਵਿੱਚ ਮਿੱਠੀ ਮਿੱਠੀ ਆਵਾਜ਼ ਕੱਢਦੀ ਹੈ। ਸਾਤਨ ਸਭ ਰਸ ਚੋਲੇ ਅੰਕ ਸਮਾਣੀ। ਇਸੇ ਤਰ੍ਹਾਂ ਜਿਹੜੀ ਜੀਵ ਇਸਤਰੀ ਹੈ ਉਹ ਸਾਰਿਆਂ ਅੰਗਾਂ ਨੂੰ, ਸਾਰਿਆਂ ਰਸਾਂ ਨੂੰ ਮਾਣਦੀ ਹੋਈ ਅੰਕ ਦੇ ਵਿੱਚ ਸਮਾ ਜਾਂਦੀ ਹੈ। ਮਤਲਬ ਹੈ ਗਲ ਨਾਲ ਲੱਗ ਜਾਂਦੀ ਹੈ, ਆਪਣੇ ਪ੍ਰੇਮੀ ਦੇ ਵਿੱਚ ਇੱਕ ਮਿੱਕ ਹੋ ਜਾਂਦੀ ਹੈ। ਹਰ ਅੰਕ ਸਮਾਣੀ ਜਾਂ ਪ੍ਰਭ ਭਾਣੀ ਸਾ ਸੁਹਾਗਣ ਨਾਲ। ਹਰੀ ਦੇ ਅੰਗ ਨਾਲ ਉਹ ਸਮਾਉਂਦੀ ਹੈ ਜਿਹੜੀ ਪ੍ਰਭੂ ਨੂੰ ਭਾਉਂਦੀ ਹੈ। ਚਾਹੁੰਦੀ ਹਰ ਇੱਕ ਜੀਵ ਇਸਤਰੀ ਹੈ, ਅਸੀਂ ਲੋਕ ਮਨੁੱਖ ਜਿੰਨੇ ਵੀ ਹੈ ਸਭ ਚਾਹੁੰਦੇ ਵੀ ਪਰਮਾਤਮਾ ਦੇ ਨਾਲ ਸਾਡਾ ਮੇਲ ਹੋ ਜਾਏ, ਪਰ ਨਹੀਂ ਹੁੰਦਾ। ਕਿਉਂਕਿ ਪਰਮਾਤਮਾ ਜਿਹਨੂੰ ਭਾਉਂਦਾ ਹੈ, ਜਿਹੜੇ ਨੂੰ ਉਹ ਭਾਉਂਦਾ ਹੈ, ਉਹ ਜੀਵ ਇਸਤਰੀ ਦੇ ਨਾਲ ਉਹ ਮਿਲ ਜਾਂਦਾ। ਸਾ ਸੁਹਾਗਣ ਨਾਲ, ਉਹੀ ਸੁਹਾਗਣ ਹੁੰਦੀ ਹੈ ਜਿਹਨੂੰ ਪਰਮਾਤਮਾ ਮਿਲ ਜਾਏ। ਦੂਜੇ ਲੋਕ ਸੰਸਾਰੀ ਤੌਰ ਪਰ ਦੂਜੀਆਂ ਸੁਹਾਗਣਾਂ ਜਿਵੇਂ ਹੁੰਦੀਆਂ, ਅਸਲ ਵਿੱਚ ਉਹ ਦੁਹਾਗਣਾ ਹੈ, ਕਿਉਂਕਿ ਰੱਬ ਤੋਂ ਤਾਂ ਵਿਛੋੜਾ ਹੁੰਦਾ। ਸੁਹਾਗਣ ਗੁਰਬਾਣੀ ਉਹਨੂੰ ਮੰਨਦੀ ਹੈ ਜਿਹਨੂੰ ਪਤੀ ਪਰਮੇਸ਼ਰ ਦਾ ਮਿਲਾਪ ਹੋ ਗਿਆ। ਉਹਦਾ ਸੁਹਾਗ ਸਦਾ ਥਿਰ ਹੋ ਜਾਂਦਾ। ਪਤੀ ਕਦੇ ਨਾ ਵਿਛੜਦਾ, ਨਾ ਜਾਂਦਾ, ਨਾ ਆਉਂਦਾ, ਨਾ ਮਰਦਾ, ਨਾ ਜੰਮਦਾ। ਇਸ ਕਰਕੇ ਜਿਹਦਾ ਸੁਹਾਗ ਥਿਰ ਹੋ ਗਿਆ ਉਹੀ ਸੁਹਾਗਣ। ਨਵ ਕਰ ਥਾਪ ਮਹਿਲ ਕਰ ਉੱਚੋ ਨਿਜ ਘਰ ਬਾਸ ਮੁਰਾਰੇ। 9 ਘਰ ਥਾਪ ਕੇ, 9 ਦਰਵਾਜ਼ੇ ਬਣਾ ਕੇ ਉੱਚੇ ਮਹਿਲ ਦੇ ਵਿੱਚ, ਨਿਜ ਘਰ ਵਿੱਚ ਉਸ ਮੁਰਾਰੀ ਦਾ ਵਾਸਾ ਹੈ, ਵਾਹਿਗੁਰੂ ਦਾ ਵਾਸਾ ਹੈ। ਸਭ ਤੇਰੀ ਤੂੰ ਮੇਰਾ ਪ੍ਰੀਤਮ ਨਿਸਵਾਸਰ ਰੰਗ ਰਾਗ। ਸਭ ਤੇਰੇ ਹੀ ਹੈ, ਤੇਰੀਆਂ ਹੀ ਸਭ ਜੀਵ ਇਸਤਰੀਆਂ, ਤੂੰ ਮੇਰਾ ਪ੍ਰੀਤਮ ਵੀ ਹੈ। ਦਿਨ ਰਾਤ, ਨਿਸ ਰਾਤ ਨੂੰ ਕਹਿੰਦੇ, ਦਿਨ ਰਾਤ ਤੇਰੇ ਨਾਲ ਰੰਗ ਰਾਤੀ ਹੋਈ ਹੈ ਮੈਂ। ਨਾਨਕ ਪ੍ਰਿਉ ਪ੍ਰਿਉ ਚਵੈ ਬਵੀਹਾ ਕੋਕਿਲ ਸ਼ਬਦ ਸੁਹਾਵੇ। ਇਹ ਨਾਨਕ, ਗੁਰੂ ਨਾਨਕ ਪਾਤਸ਼ਾਹ ਆਪਣੇ ਆਪ ਨੂੰ ਫਰਮਾ ਰਹੇ ਹੈ, ਪ੍ਰਿਉ ਪ੍ਰਿਉ ਚਵੈ ਬਵੀਹਾ। ਬਵੀਹਾ ਬੋਲ ਰਿਹਾ ਬਾਰ ਬਾਰ, ਪ੍ਰਿਉ ਪ੍ਰਿਉ ਕਰ ਰਿਹਾ ਹੈ। ਕੋਕਿਲ ਆਪਣੇ ਬੋਲਾਂ ਦੇ ਰਾਹੀਂ ਸੋਹਣੀ ਲੱਗਦੀ ਹੈ, ਬੋਲਦੀ ਮਿੱਠੀ ਬੋਲਦੀ ਹੈ। ਤੂੰ ਸੁਣ ਹਰ ਰਸ ਭਿੰਨੇ ਪ੍ਰੀਤਮ ਆਪਣੇ। ਤੂੰ ਸੁਣ ਲੈ, ਮੇਰੀ ਅਰਜ਼ ਵੀ ਸੁਣ ਲੈ। ਹਰ ਰਸ ਭਿੰਨੇ ਪ੍ਰੀਤਮ ਆਪਣੇ, ਮੈਂ ਤੇਰੇ ਰਸ ਵਿੱਚ ਭਿੰਨੀ ਹੋਈ ਹੈ, ਮੇਰੀ ਪੁਕਾਰ ਵੀ ਸੁਣ ਲੈ, ਦੇ ਦਰਸ਼ਨ। ਮਨ ਤਨ ਰਵ ਤਰ ਬੰਨੇ ਘੜੀ ਨਾ ਵਿਸਰੈ। ਮਨ ਵੀ ਤਨ ਵੀ ਤੈਨੂੰ ਯਾਦ ਕਰਦੀ ਕਰਦੀ ਮੈਂ ਰੰਗੀ ਹੋਈ ਹਾਂ ਤੇਰੇ ਨਾਲ, ਇੱਕ ਘੜੀ ਤੋਂ ਵਿਸਰਦਾ ਨਹੀਂ ਮੈਨੂੰ। ਕਿਉਂ ਘੜੀ ਵਿਸਾਰੀ ਹਉ ਬਲਿਹਾਰੀ, ਹਉ ਜੀਵਾਂ ਗੁਣ ਗਾਏ। ਕਿਉਂ ਮੈਂ ਇੱਕ ਘੜੀ ਉਹਨੂੰ ਵਿਸਾਰਾਂ, ਤੈਨੂੰ ਵਿਸਾਰਾਂ, ਤੇ ਤੋਂ ਬਲਿਹਾਰ ਜਾਵਾਂ ਔਰ ਤੇਰੇ ਹੀ ਗੁਣ ਗਾਵਾਂ। ਨਾ ਕੋਈ ਮੇਰਾ ਹੋਂ ਕਿਸ ਕੇਰਾ, ਹਰ ਬਿਨ ਰਹਿਣ ਨਾ ਜਾਏ। ਹੋਰ ਮੇਰਾ ਕੋਈ ਨਹੀਂ ਹੈ, ਨਾ ਹੀ ਕੋਈ ਮੇਰਾ ਹੈ, ਤੇ ਤੇਰੇ ਤੋਂ ਬਿਨਾਂ ਮੈਂ ਰਹਿ ਨਹੀਂ ਸਕਦੀ। ਮੈਂ ਕਿਸ ਜੋਗੀ ਹਾਂ ਫਿਰ ਜਦ ਤੂੰ ਹੀ ਨਹੀਂ ਮੇਰੇ ਕੋਲ ਆਉਂਦਾ। ਓਟ ਗਈ ਹਰ ਚਰਨ ਨਿਵਾਸੇ ਭਏ ਪਵਿੱਤਰ ਸਰੀਰ। ਜਦ ਮੈਂ ਤੇਰੀ ਓਟ ਪਕੜ ਲਈ ਹੈ, ਤੇਰੇ ਚਰਨਾਂ ਵਿੱਚ ਨਿਵਾਸ ਹੋ ਗਿਆ, ਮੇਰਾ ਸਰੀਰ ਵੀ ਪਵਿੱਤਰ ਹੋ ਗਿਆ। ਤੇਰੇ ਅੰਕ ਨਾਲ ਲੱਗ ਕੇ, ਤੇਰੇ ਅੰਗਾਂ ਦੇ ਨਾਲ ਲੱਗ ਕੇ ਮੇਰਾ ਸਰੀਰ ਪਵਿੱਤਰ ਹੋ ਗਿਆ। ਨਾਨਕ ਦ੍ਰਿਸ਼ਟ ਦੀਰਘ ਸੁਖ ਪਾਵੈ, ਗੁਰ ਸ਼ਬਦੀ ਮਨ ਧੀਰਾ। ਦ੍ਰਿਸ਼ਟੀ ਦੀਰਘ ਸੁਖ ਪਾਉਂਦੀ ਹੈ।
ਕਿਵੇਂ ਗੁਰ ਸ਼ਬਦੀ ਮਨ ਧੀਰਾ, ਮਨ ਗੁਰੂ ਦੇ ਸ਼ਬਦ ਦੇ ਨਾਲ ਧੀਰਜ ਵਿੱਚ ਆ ਜਾਂਦਾ ਹੈ। ਤੇ ਗੁਰੂ ਨਾਨਕ ਸਾਹਿਬ ਫਰਮਾਉਂਦੇ ਹੈ ਵੀ ਦੀਰਘ ਦ੍ਰਿਸ਼ਟੀ ਬਣ ਜਾਂਦੀ ਹੈ, ਸੁਖ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ। ਬਰਸੈ ਅੰਮ੍ਰਿਤ ਧਾਰ ਬੂੰਦ ਸੁਹਾਵਣੀ, ਜਿਵੇਂ ਵਰਖਾ ਦੀ ਅੰਮ੍ਰਿਤ ਬੂੰਦ ਪੈਂਦੀ ਹੁੰਦੀ ਹੈ, ਐਸੇ ਤਰੀਕੇ ਨਾਲ ਤੇਰੇ ਨਾਮ ਦੀ ਵਰਖਾ ਹੋ ਰਹੀ ਹੈ। ਸਾਜਨ ਮਿਲੇ ਸਹਿਜ ਸੁਭਾਏ, ਹਰਿ ਸਿਉ ਪ੍ਰੀਤ ਬਾਣੀ। ਹੇ ਵਾਹਿਗੁਰੂ ਜੀਓ, ਤੂੰ ਸਹਿਜ ਸੁਭਾਏ ਮਿਲਦਾ ਹੈ, ਤੇਰੇ ਨਾਲ ਪ੍ਰੀਤ ਬਣ ਆਉਂਦੀ ਹੈ ਜਦ ਤੂੰ ਆ ਕੇ ਮਿਲ ਜਾਂਦਾ। ਤੂੰ ਹੀ ਪ੍ਰੀਤ ਨੂੰ ਪੈਦਾ ਕਰਦਾ, ਤੂੰ ਹੀ ਆ ਕੇ ਮਿਲਦਾ। ਮੇਰੀ ਕੋਈ ਔਕਾਤ ਨਹੀਂ ਵੀ ਮੈਂ ਤੈਨੂੰ ਮਿਲਾਂ। ਇਹ ਬੁੱਧੀ ਹੈ ਜਿਹੜੀ ਕਹਿੰਦੀ ਹੈ ਵੀ ਮੈਂ ਇਸ ਤਰ੍ਹਾਂ ਕਰੂੰਗਾ ਤੇ ਮੈਨੂੰ ਉਹ ਮਿਲ ਜੂਗਾ, ਮੈਂ ਇੰਨਾ ਜਾਪ ਕਰੂੰਗਾ ਮੈਨੂੰ ਉਹ ਮਿਲ ਜੂਗਾ। ਇਸ ਤਰ੍ਹਾਂ ਦਾ ਗੁਰਬਾਣੀ ਦਾ ਆਸ਼ਾ ਬਿਲਕੁਲ ਨਹੀਂ ਸਾਧ ਸੰਗਤ ਜੀਓ। ਗੁਰਬਾਣੀ ਦਾ ਆਸ਼ਾ ਤਾਂ ਇਹ ਹੈ ਵੀ ਕੰਤ ਪਕੜ ਹਮ ਰਾਣੀ ਕੀਨੀ, ਕੰਤ ਨੇ ਮੈਨੂੰ ਬਾਂਹ ਤੋਂ ਪਕੜ ਕੇ ਸੇਜ ਦੇ ਉੱਤੇ ਲਿਆਂਦਾ ਤੇ ਮੇਰੇ ਨਾਲ ਭੋਗ ਹੈ। ਮੇਰੀ ਕੋਈ ਔਕਾਤ ਨਹੀਂ ਸੀ ਵੀ ਮੈਂ ਸੇਜ ਤੇ ਆ ਜਾਂਦਾ, ਕੰਤ ਨੇ ਮੈਨੂੰ ਬਾਂਹ ਤੇ ਪਕੜ ਕੇ ਲਿਆਂਦਾ। ਇਹ 2-3 ਜਗ੍ਹਾ ਗੁਰਬਾਣੀ 'ਚ ਇਸ ਤਰ੍ਹਾਂ ਦੇ ਸ਼ਬਦ ਆਉਂਦੇ, ਪੰਚਮ ਪਾਤਸ਼ਾਹ ਦੇ ਬਾਂਹ ਪਕੜ ਵੀ ਸ਼ਬਦ ਆਉਂਦਾ। ਤੋ ਜਿਹੜਾ ਕੋਈ ਬੰਦਾ ਹੈ ਉਹਨੂੰ ਪਰਮਾਤਮਾ ਆਪ ਆ ਕੇ ਮਿਲਦਾ ਹੈ ਗੁਰੂ ਦੇ ਰਾਹੀਂ। ਬੰਦੇ ਦੀ ਕੋਈ ਔਕਾਤ ਨਹੀਂ ਵੀ ਰੱਬ ਨੂੰ ਮਿਲ ਜਾਵੇ। ਬੰਦੇ ਤਾਂ ਸਾਰੇ ਕੋਸ਼ਿਸ਼ ਕਰ ਰਹੇ, ਕੂੜ ਕਿਰਿਆ 'ਚ ਪਏ ਹੋਏ, ਸਭ ਰੱਬ ਦਾ ਯਤਨ ਕਰ ਰਹੇ, ਲੇਕਿਨ ਉਹ ਕੋਈ ਵੀ ਸਫਲ ਨਹੀਂ ਹੁੰਦਾ। ਇੱਦਾਂ ਜਿੰਨਾ ਚਿਰ ਉਹਦੀ ਕਿਰਪਾ ਨਹੀਂ ਹੁੰਦੀ ਉਹ ਨਹੀਂ ਸਫਲਤਾ ਮਿਲਦੀ। ਹਰ ਮੰਦਰ ਆਵੇ ਜਾਂ ਪ੍ਰਭ ਭਾਵੈ, ਧਨ ਉਭੀ ਗੁਣ ਸਾਰੀ। ਜਦੋਂ ਹਰੀ ਮੰਦਰ 'ਚ ਇਸ ਸਰੀਰ 'ਚ ਪ੍ਰਗਟ ਹੋ ਜਾਂਦਾ ਹੈ, ਕਦੋਂ ਹੁੰਦਾ ਹੈ? ਜਦੋਂ ਉਹਨੂੰ ਭਾਉਂਦਾ ਹੈ। ਧਨ ਉਭੀ ਗੁਣ ਸਾਰੀ। ਔਰ ਜਿਹੜੀ ਜੀਵ ਇਸਤਰੀ ਹੈ ਉਹ ਖੜੀ ਹੋ ਕੇ ਉਹਦੇ ਗੁਣਾਂ ਨੂੰ ਯਾਦ ਕਰਦੀ ਹੈ, ਮਤਲਬ ਹੈ ਬਹੁਤ ਤੀਬਰਤਾ ਨਾਲ ਯਾਦ ਕਰਦੀ। ਘਰ ਘਰ ਕੰਤ ਰਵੇ ਸੁਹਾਗਣ, ਹਉ ਕਿਉਂ ਕੰਤ ਵਿਸਾਰ। ਹੇ ਵਾਹਿਗੁਰੂ ਜੀਓ, ਹੇ ਕੰਤ ਜੀਓ, ਤੂੰ ਘਰ ਘਰ ਵਿੱਚ ਬਹੁਤ ਸਾਰੀਆਂ ਤੈਂ ਸੁਹਾਗਣਾਂ ਬਣਾਈਆਂ ਹੋਈਆਂ। ਸੰਤ ਜਨਾਂ ਦੀ ਗੱਲ ਹੋ ਰਹੀ ਹੈ। ਮੈਨੂੰ ਕਾਹਤੇ ਵਿਸਾਰ ਦਿੱਤਾ? ਮੈਨੂੰ ਵੀ ਦਰਸ਼ਨ ਦੇ ਦੇ, ਮੈਨੂੰ ਆਪਣੇ ਨਾਲ ਮਿਲਾ ਲੈ। ਊਨਬ ਘਨ ਛਾਏ ਬਰਸ ਸੁਭਾਏ, ਮਨ ਤਨ ਪ੍ਰੇਮ ਸੁਖਾਵੇ। ਬੱਦਲ ਨੀਵੇਂ ਹੋ ਕੇ ਆਗੇ ਛਾਏ ਹੋਏ, ਘਟਾ ਛਾਈਆਂ ਹੋਈਆਂ ਔਰ ਬਰਸ ਰਹੇ ਹੈ। ਮੇਰੇ ਮਨ ਤਨ ਵਿੱਚ ਬਹੁਤ ਜ਼ਿਆਦਾ ਪ੍ਰੇਮ ਪੈਦਾ ਹੋ ਰਿਹਾ, ਮੈਨੂੰ ਉਹ ਵਧੀਆ ਲੱਗਦਾ, ਸੁੱਖ ਮਿਲ ਰਿਹਾ ਉਹਦੇ ਨਾਲ, ਪ੍ਰੇਮ ਦੇ ਨਾਲ। ਨਾਨਕ ਬਰਸੈ ਅੰਮ੍ਰਿਤ ਬਾਣੀ, ਕਰ ਕਿਰਪਾ ਕਰ। ਪਰ ਇਹ ਤੇਰੀ ਕਿਰਪਾ ਦੇ ਉੱਤੇ ਡਿਪੈਂਡ ਕਰਦੀ ਹੈ ਸਾਰੀ ਇਹ ਜਿਹੜੀ ਵਰਖਾ ਹੋ ਰਹੀ ਹੈ ਨਾਮ ਦੀ, ਅੰਮ੍ਰਿਤ ਦੀ, ਬਾਣੀ ਦੀ। ਜੇ ਤੂੰ ਚਾਹੇ ਤਾਂ ਮੈਨੂੰ ਮਿਲਾ ਲੈ ਆਪਣੇ ਨਾਲ। ਇਹ ਬਹੁਤ ਸੁਭਾਵਿਕ ਗੱਲ ਹੈ ਗੁਰਬਾਣੀ ਦੇ ਵਿੱਚ ਵੀ। ਕਦੇ ਵੀ ਇਹ ਨਹੀਂ ਸੋਚਣਾ ਵੀ ਮੈਂ ਇੰਨਾ ਪਾਠ ਕਰਦਾ ਜਾਂ ਮੈਂ ਇੰਨਾ ਨਿਤਨੇਮ ਕਰਦਾ, ਹੁਣ ਮੈਨੂੰ ਕਾਹਤੇ ਨਹੀਂ ਮਿਲਿਆ। ਨੈੱਟ ਪਰ ਗਾਏ ਵਗਾਏ ਐਸੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਵੀ ਮੈਂ ਜੀ 14 ਸਾਲ ਪੜ੍ਹਿਆ, ਮੈਨੂੰ ਕੁਛ ਨਹੀਂ ਮਿਲਿਆ। ਫਿਰ ਖੰਡਨੇ ਕਰਨ ਲੱਗ ਜਾਂਦੇ ਜਾਪ ਕਰਨੇ ਦਾ। ਉਹ ਭਾਈ ਇਹ ਤਾਂ ਤਰੀਕਾ ਹੀ ਨਹੀਂ ਹੈ ਜਿਹੜਾ ਆਪਾਂ ਸੋਚ ਰਹੇ। ਆਪਾਂ ਤਾਂ ਬੁੱਧੀ ਕਰਨੀ ਤੇ ਐਂਗਲ ਤੋਂ ਸੋਚ ਰਹੇ ਹਾਂ, ਔਰ ਇਹਦੇ ਵਿੱਚ ਖੁਦਗਰਜੀ ਵੀ ਹੈ ਵੀ ਮੈਨੂੰ ਜ਼ਰੂਰ ਮਿਲੇ। ਖੁਦਗਰਜੀ ਔਰ ਹਉਮੈ ਤਾਂ ਰੱਖਣੀ ਓ ਨਹੀਂ। ਜੇ ਗੁਰੂ ਚਾਹੇ ਤਾਂ ਕੱਢ ਦੇਵੇ, ਉਹਨਾਂ ਨੂੰ ਹੀ ਮਿਲਣਾ ਉਹਨੇ ਆ ਕੇ। ਕਿਉਂਕਿ ਜਿੰਨਾ ਚਿਰ ਜਬ ਲਗ ਮਨ ਬੈਕੁੰਠ ਕੀ ਆਸ, ਤਬ ਲਗ ਨਾਹੀ ਚਰਨ ਨਿਵਾਸ। ਜਿੰਨਾ ਚਿਰ ਅਸੀਂ ਉਹਦੀ ਆਸ ਕਰੂੰਗੇ ਉਨਾ ਚਿਰ ਉਹਨੇ ਮਿਲਣਾ ਹੀ ਨਹੀਂ। ਇਹ ਤਾਂ ਆਸਾ ਅੰਦੇਸੇ ਸਭ ਕੱਢਣੇ ਪੈਣੇ ਮਨ ਵਿੱਚੋਂ। ਹਉਮੈ ਟੁੱਟੂਗੀ, ਗੁਰੂ ਤੋੜੂਗਾ ਤਾਂ ਪ੍ਰਭੂ ਨੇ ਆਉਣਾ, ਨਹੀਂ ਤਾਂ ਉਹਨੇ ਆਉਣਾ ਹੀ ਨਹੀਂ। ਸਾਡੇ ਯਤਨਾਂ 'ਤੇ ਥੋੜ੍ਹਾ ਡਿਪੈਂਡ ਕਰਦਾ ਉਹ। ਜੇ ਇਸ ਤਰ੍ਹਾਂ ਦੀ ਗੱਲ ਹੋਵੇ ਤਾਂ ਅਸੀਂ ਗੁਰੂ ਤੋਂ, ਪਰਮਾਤਮਾ ਤੋਂ ਵੱਡੇ ਹੋ ਗਏ। ਫਿਰ ਆਪਣੇ ਯਤਨਾਂ ਨਾਲ ਨਹੀਂ ਉਹ ਮਿਲਦਾ ਹੈ, ਉਹਨੇ ਮਿਲਣਾ ਹੈ ਸਿਰਫ ਉਹਦੀ ਕਿਰਪਾ ਤੇ। ਇਹ ਹੈ ਗੁਰਮਤਿ ਦਾ ਥਾਂ। ਚੇਤ ਬਸੰਤ ਭਲਾ ਭਵਰ ਸੁਹਾਵੜੇ। ਹੁਣ ਚੇਤ ਦੇ ਮਹੀਨੇ ਦੀ ਵਿਚਾਰ ਸ਼ੁਰੂ ਕਰ ਰਹੇ ਗੁਰੂ ਨਾਨਕ ਪਾਤਸ਼ਾਹ। ਚੇਤ ਦੇ ਮਹੀਨੇ ਵਿੱਚ ਬਸੰਤ ਰੁੱਤ ਹੁੰਦੀ ਹੈ। ਭੰਵਰ ਫੁੱਲਾਂ ਦੇ ਉੱਤੇ ਟਹਿਕਦੇ ਫਿਰਦੇ ਉਹਨੇ। ਬਨ ਫੂਲੇ ਮੰਝ ਬਾਰ, ਮੈਂ ਫਿਰ ਘਰ ਬੌੜੇ। ਬਨ ਦੇ ਵਿੱਚ ਬਾਰ ਪਾਕਿਸਤਾਨ ਦੇ ਏਰੀਏ ਨੂੰ ਇੱਕ ਖਾਸ ਏਰੀਆ ਸੀ, ਉਹਨੂੰ ਬਾਰ ਕਹਿੰਦੇ ਹੁੰਦੇ ਸੀਗੇ। ਉਹਨਾਂ 'ਤੇ ਜਿਹੜੇ ਲੋਕ ਉੱਥੋਂ ਇੱਧਰ ਆਏ ਉਹਨਾਂ ਨੂੰ ਬਾਰੀਏ ਵੀ ਕਹਿੰਦੇ। ਹੁਣ ਵੀ ਪੰਜਾਬ ਦੇ ਵਿੱਚ 2 ਤਰ੍ਹਾਂ ਦੇ ਪਿੰਡਾਂ 'ਚ ਲੋਕ ਹੈ, ਇੱਕ ਦੇਸੀ ਇੱਕ ਬਾਰੀਏ ਕਹਿੰਦੇ ਜਿਹਨੂੰ। ਉਹ ਬਾਰ ਦੀ ਗੱਲ ਹੈ। ਉੱਥੇ ਫੁੱਲ ਪਿਲਛੀ ਜਿਹੜਾ ਫੁੱਲ ਹੁੰਦਾ ਉਹ ਖਿੜਦਾ, ਚਿੱਟੇ ਰੰਗ ਦਾ ਹੁੰਦਾ। ਬਈ ਗੁਰੂ ਨਾਨਕ ਪਾਤਸ਼ਾਹ ਫਰਮਾ ਰਹੇ ਵੀ ਹੁਣ ਤਾਂ ਬਣ ਵੀ ਫੁੱਲ ਗਿਆ, ਫੁੱਲ ਆ ਗਏ ਉਹਨੂੰ। ਮੈਂ ਫਿਰ ਘਰ ਬੌੜੇ, ਤੂੰ ਮੈਨੂੰ ਵੀ ਆ ਜਾ, ਮੇਰੇ ਘਰ ਵਿੱਚ ਵੀ, ਮੇਰੇ ਹਿਰਦੇ ਵਿੱਚ ਵੀ ਪ੍ਰਗਟ ਹੋ ਜਾ। ਜਦ ਫੁੱਲਾਂ ਨੂੰ ਪਤਝੜ ਤੋਂ ਬਾਅਦ ਬਹਾਰ ਆ ਗਈ ਤਾਂ ਮੇਰੇ ਅੰਦਰ ਵੀ ਬਹਾਰ ਲਿਆ ਦੇ।
फिर घर नहीं आवे धन क्यों सुख पावे, बिरह विरोध तन छीजै। जिन्ना चिर पति घर नहीं आउंदा औरत नूं किवें सुख मिल सकदा है? ਉਹ ਬੀਬੀ ਕਿਵੇਂ ਸੁੱਖ ਪਾ ਸਕਦੀ ਹੈ ਜਿਹਦਾ ਪਤੀ ਪਰਦੇਸ ਹੈ? ਬਿਰਹ ਵਿਰੋਧ ਯਾਨੀ ਵਿਛੋੜੇ ਦੇ ਵਿੱਚ ਤਨ ਛੀਜਿਆ, ਉਹਦਾ ਤਨ ਕਮਜ਼ੋਰ ਹੁੰਦਾ ਜਾਂਦਾ ਹੈ। ਹਰ ਵਕਤ ਉੱਧਰ ਦੀ ਤਾਂਘ ਰਹਿੰਦੀ ਹੈ ਵੀ ਕੋਈ ਪੱਤਰ ਆ ਜਾਵੇ, ਕੋਈ ਉਹਦੇ ਕੋਲੋਂ ਬੰਦਾ ਹੀ ਆ ਕੇ ਮੈਨੂੰ ਮਿਲ ਜਾਵੇ, ਮੈਨੂੰ ਉਹਦੇ ਦਰਸ਼ਨ ਦੀਦਾਰ ਕਿਵੇਂ ਹੋ ਜਾਣ। ਖੜੀ ਹੋ ਕੇ ਉੱਧਰ ਨੂੰ ਨਿਗਾਹ ਤੱਕਦੀ ਹੈ ਜਿੱਧਰ ਨੂੰ ਗਿਆ ਹੁੰਦਾ ਪਤੀ। ਕੋਕਿਲ ਅੰਬ ਸੁਹਾਵੀ ਬੋਲੇ ਕਿਉਂ ਦੁੱਖ ਅੰਕ ਸਹੀਜੈ। ਅੰਬ ਦੇ ਉੱਤੇ ਕੋਇਲ ਬੋਲਦੀ ਹੈ, ਬੜੀ ਸੋਹਣੀ ਲੱਗਦੀ ਹੈ, ਮਿੱਠੀ ਬੋਲੀ ਬੋਲਦੀ ਹੈ। ਕਿਉਂ ਦੁੱਖ ਅੰਕ ਸਹੀਜੈ, ਮੈਨੂੰ ਕਾਹਤੇ ਇੰਨਾ ਦੁੱਖ ਦਿੱਤਾ ਹੋਇਆ, ਤੂੰ ਮੈਨੂੰ ਵੀ ਮਿਲ ਜਾ ਕੇ। ਭਵਰ ਭਵੰਤਾ ਫੂਲੀ ਡਾਲੀ ਕਿਉਂ ਜੀਵਾਂ ਮਰ ਮਾਏ। ਭੌਰੇ ਫੁੱਲਾਂ ਦੇ ਉੱਤੇ ਟਹਿਕਦੇ ਫਿਰਦੇ ਔਰ ਸਾਰੀਆਂ ਡਾਲੀਆਂ ਸਾਰੇ ਫੁੱਲ ਡਾਲੀਆਂ ਫੁੱਲਾਂ ਨਾਲ ਭਰੀਆਂ ਪਈਆਂ। ਕਿਉਂ ਜੀਵਾਂ ਮਰ ਮਾਏ, ਮੈਂ ਮਰੀ ਹੋਈ ਕਿਵੇਂ ਜੀਵਾਂ, ਮੈਨੂੰ ਵੀ ਹਰਾ ਭਰਾ ਕਰ ਦੇ। ਨਾਨਕ ਚੇਤ ਸਹਿਜ ਸੁਖ ਪਾਵੈ, ਜੇ ਹਰ ਵਰ ਘਰ ਧਨ ਪਾਏ। ਚੇਤ ਦੇ ਮਹੀਨੇ ਦੀ ਵਿਚਾਰ ਕਰਦੇ ਹਾਂ। ਚੇਤ ਦੇ ਤੱਤੇ ਨੂੰ ਸਿਆਰੀ, ਇਹਦਾ ਮਤਲਬ ਹੈ ਚੇਤ ਦੇ ਵਿੱਚ ਸਹਿਜ ਸੁਖ ਪਾਵੇ। ਸਹਿਜ ਸੁਖ ਪਰਮ ਆਨੰਦ ਕਿਵੇਂ ਮਿਲੂਗਾ? ਜੇ ਹਰ ਵਾਰ ਘਰ ਧਨ ਪਾਏ। ਜੇ ਜੀਵ ਇਸਤਰੀ ਦੇ ਘਰ ਵਿੱਚ ਹਰੀਪਤੀ ਪ੍ਰਗਟ ਹੋ ਜਾਏ ਚੇਤ ਦੇ ਮਹੀਨੇ 'ਚ ਤਾਂ ਉਹਨੂੰ ਸੁੱਖ ਮਿਲਣਾ, ਨਹੀਂ ਤਾਂ ਸੁੱਖ ਮਿਲਣਾ ਕੋਈ ਨਹੀਂ ਹੈ। ਚੇਤ ਦਾ ਮਹੀਨਾ ਬਸੰਤ ਦਾ ਹੁੰਦਾ। ਬਸੰਤ ਦੇ ਵਿੱਚ ਸਾਰੀ ਬਨਸਪਤੀ ਮੌਲਦੀ ਹੈ, ਫੁੱਲ ਖਿੜਦੇ ਹੈ, ਅਤੇ ਜਿਹਦਾ ਪਤੀ ਦੂਰ ਹੁੰਦਾ ਉਹਨੂੰ ਫਿਰ ਵਿਛੋੜੇ ਦੇ ਵਿੱਚ ਬਹੁਤ ਕੁਛ ਔਖਾ ਸਹਿ ਹੁੰਦਾ। ਬਿਜਲੀ ਵੀ ਡਰਾਉਂਦੀ ਹੈ ਚਮਕ ਕੇ, ਬੱਦਲ ਵਰਸਦੇ ਹੈ, ਪ੍ਰੇਮ ਉਮੜਦਾ ਮਨ ਵਿੱਚ ਵੀ ਕਦ ਮੇਰਾ ਪਤੀ ਆ ਜਾਵੇ। ਮਿਲਾਪ ਦੀ ਤਾਂਘ ਹੁੰਦੀ ਹੈ। ਉਹੀ ਜਿਹੀ ਉਹ ਤਾਂਘ ਗੁਰੂ ਮਹਾਰਾਜ ਪਰਮਾਤਮਾ ਪ੍ਰਤੀ ਇਸ ਬਾਣੀ ਦੇ ਵਿੱਚ ਦੱਸ ਰਿਹਾ। ਤੋ ਸਾਧ ਸੰਗਤ ਜੀਓ, ਇਹ ਤਾਂ ਅਸੀਂ ਅੱਜ ਦੀ ਵਿਚਾਰ ਕੱਲ੍ਹ ਨੂੰ ਵਿਸਾਖ ਦੇ ਉੱਤੇ ਕਰਾਂਗੇ ਜੇ ਮਹਾਰਾਜ ਨੇ ਚਾਹਿਆ ਤਾਂ। ਅਤੇ ਭਰੋਸਾ ਜ਼ਿੰਦਗੀ ਦਾ ਕੋਈ ਨਹੀਂ ਹੈ, ਅਗਲਾ ਪਲ ਆਵੇ ਨਾ ਆਵੇ। ਚਲੋ ਕਹਿਣ ਖਾਤਰ ਤਾਂ ਕਿਹਾ ਹੀ ਜਾਂਦਾ ਵੀ ਜਿੰਨਾ ਚਿਰ ਸਵਾਸ ਹੈ ਉਨਾ ਚਿਰ ਆਸ ਹੁੰਦੀ ਹੈ ਬੰਦੇ ਨੂੰ, ਪਰ ਪਤਾ ਕੋਈ ਨਹੀਂ ਹੁੰਦਾ, ਭਰੋਸਾ ਕੋਈ ਨਹੀਂ। ਅੱਜ ਆਪਾਂ ਥੋੜ੍ਹੀ ਜਿਹੀ ਵਿਚਾਰ ਸ਼ੂਨਿਅਤਾ ਦੀ ਕਰਨੀ ਹੈ। ਇਹ ਸ਼ਬਦ ਗੁਰਬਾਣੀ 'ਚ ਬਹੁਤ ਥਾਂ ਆਉਂਦਾ, ਖਾਸ ਕਰਕੇ ਸਿੱਧ ਗੋਸ਼ਟ ਵਿੱਚ, ਕਿਉਂਕਿ ਜਿਹੜੇ ਯੋਗੀ ਸੀਗੇ, ਸਿੱਧ ਪੁਰਸ਼ ਸੀਗੇ, ਬੁੱਧ ਨੂੰ ਮੰਨਣ ਵਾਲੇ। ਬੁੱਧ ਦਾ ਇੱਕ ਫਿਰਕਾ ਹੁੰਦਾ ਆਪਣਾ ਮਹਾਂਯਾਨ ਔਰ ਹੀਨਯਾਨ, ਅਤੇ ਇੱਕ ਤੀਜਾ ਫਿਰਕਾ। ਉਹ ਜਿਹੜੇ ਲੋਕ ਹੈ ਉਹ ਬਣਦੇ ਸਿੱਧ। ਤੋ ਸ਼ੂਨਿਅਤਾ ਦਾ ਜਿਹੜਾ ਕਨਸੈਪਟ ਹੈ, ਇਹਦਾ ਭਾਵ ਜੀਰੋ ਨੂੰ ਕਹਿੰਦੇ ਹਿੰਦੀ 'ਚ, ਸ਼ੂਨਯ ਜੀਰੋ ਸਿਫਰ। ਪਰ ਮਹਾਤਮਾ ਬੁੱਧ ਨੇ ਜਿਹੜਾ ਕਨਸੈਪਟ ਦਿੱਤਾ ਬਾਅਦ ਵਿੱਚ ਨਾਗਾਰਜੁਨ ਨੇ ਇਹਨੂੰ ਐਕਸਪਲੇਨ ਕਰਿਆ, ਉਹ ਇਸ ਤਰ੍ਹਾਂ ਨਹੀਂ ਹੈ। ਇਹ ਬਹੁਤ ਜਟਲ ਹੈ, ਇਹਨੂੰ ਸਮਝੀਏ ਆਪਾਂ ਥੋੜ੍ਹਾ ਥੋੜ੍ਹਾ। ਇਹ ਹੈਗੀ ਐਗਜ਼ਿਸਟੈਂਸ ਆਫ ਨਨ ਐਗਜ਼ਿਸਟੈਂਸ। ਜਿਹੜੀ ਚੀਜ਼ ਨਹੀਂ ਹੈ ਉਹਦੀ ਐਗਜ਼ਿਸਟੈਂਸ ਨੂੰ ਮੰਨਣਾ ਕਿੰਨਾ ਔਖਾ। ਬੁੱਧੀ ਕਿਵੇਂ ਮੰਨ ਲੂਗੀ ਇਸ ਗੱਲ ਨੂੰ? ਬੁੱਧੀ ਤੋਂ ਉੱਪਰ ਜਾ ਕੇ ਜਦ ਪ੍ਰਗਿਆ ਪੈਦਾ ਹੁੰਦੀ ਹੈ, ਪ੍ਰਗਿਆ ਕਹਿੰਦੇ ਬ੍ਰਹਮ ਗਿਆਨ, ਬੁੱਧੀ ਦੇ ਤਕਾਜ਼ਿਆਂ ਤੋਂ ਉੱਚਾ ਜਾ ਕੇ ਜਦ ਬੁੱਧੀ ਦੇ ਖੰਭ ਝੜ ਜਾਂਦੇ, ਉਹ ਗਿਆਨ ਨੂੰ ਮਹਾਤਮਾ ਬੁੱਧ ਪ੍ਰਗਿਆ ਗਿਆਨ ਕਹਿੰਦੇ। ਗੁਰਬਾਣੀ 'ਚ ਉਸੇ ਨੂੰ ਬ੍ਰਹਮ ਗਿਆਨ ਕਿਹਾ ਜਾਂਦਾ। ਤਾਂ ਉਹਦੇ ਵਿੱਚ ਇਹ ਜ਼ਿਕਰ ਆਉਂਦਾ ਵੀ ਕੋਈ ਵੀ ਕਾਰਜ ਕਾਰਨ ਕਰਕੇ ਹੁੰਦਾ, ਕਾਰਨ ਦੇ ਨਾਲ ਕੋਈ ਵੀ ਕਾਰਜ ਉਤਪੰਨ ਹੁੰਦਾ। ਜੇ ਕਾਰਨ ਚਲੇ ਗਿਆ ਤਾਂ ਨਾਲੇ ਕਾਰਜ ਵੀ ਉੜ ਜਾਂਦਾ। ਜਿਵੇਂ ਮਹਾਤਮਾ ਬੁੱਧ ਨੇ ਸਮਝਾਇਆ ਵੀ ਜੇ ਬੀਜ ਹੈ ਜਿਹੜਾ, ਉਹ ਬੋਹੜ ਦਾ ਬੀਜ ਨਿੱਕਾ ਜਿਹਾ ਹੁੰਦਾ, ਉਹ ਕਾਰਨ ਹੈ ਬੜੇ ਸਾਰੇ ਬੋਹੜ ਦੇ ਦਰਖਤ ਦਾ। ਅਤੇ ਅੱਗੇ ਫਿਰ ਬੋਹੜ ਦਾ ਦਰਖਤ ਜਿਹੜਾ ਉਹ ਕਾਰਨ ਬਣਦਾ, ਮੁੜ ਕੇ ਫਿਰ ਬੀਜ ਬਣ ਜਾਂਦਾ, ਬੀਜ ਕਾਰੀਆ ਫਿਰ ਬਣ ਜਾਂਦਾ। ਇਹ ਲਗਾਤਾਰ ਟੂ ਵੇ ਟ੍ਰੈਫਿਕ ਹੈ, ਚੱਲਦਾ ਰਹਿੰਦਾ। ਜਦੋਂ ਕਾਰਨ ਮੁੱਕ ਗਿਆ ਤਾਂ ਕਾਰਜ ਖਤਮ ਹੋ ਗਿਆ। ਇਹ ਬੁਨਿਆਦ ਹੈ ਸ਼ੂਨਿਅਤਾ ਦੀ। ਦੋ ਟੋਕਰੀਆਂ ਲੈ ਲਓ, ਬਾਸਕਟਾਂ ਕਹਿ ਲਓ, ਇੱਕ ਦੇ ਹੇਠ ਲਿਖ ਦਿਓ ਵੀ ਇਹ ਖਾਲੀ ਹੈ, ਦੂਜੀ ਹੇਠ ਲਿਖੋ ਵੀ ਕੋਈ ਅੰਬ ਨਹੀਂ ਜਾਂ ਕੋਈ ਸੇਬ ਨਹੀਂ ਹੈ, ਕੁਛ ਵੀ ਲਿਖੋ। ਇਹਨਾਂ ਦੋਹਾਂ ਦਾ ਮਤਲਬ ਇੱਕੋ ਹੈ, ਦੋਹੇ ਖਾਲੀ ਹੈ, ਪਰ ਦੋਹਾਂ ਦੇ ਵਿੱਚ
ਲੌਜੀਕਲੀ ਤਾਂ ਇਹ ਗੱਲ ਸਹੀ ਲੱਗਦੀ ਹੈ, ਬੁੱਧੀ ਨੂੰ ਵੀ ਖਾਲੀ ਹੈ, ਪਰ ਇਹਨਾਂ ਦਾ ਭਾਵ ਹੋਰ ਹੈ। ਅੰਤਰੀਵ ਜਿਹੜੀ ਤਾਂ ਖਾਲੀ ਹੈ ਉਹਦੇ ਵਿੱਚ ਤਾਂ ਕੁਝ ਨਹੀਂ ਹੈ, ਉਹ ਪਹਿਲਾਂ ਤੋਂ ਹੀ ਖਾਲੀ ਹੈ। ਜਿਹਦੇ 'ਚ ਇਹ ਲਿਖਿਆ ਵੀ ਕੋਈ ਅੰਬ ਨਹੀਂ ਜਾਂ ਕੋਈ ਸੇਬ ਨਹੀਂ, ਇਹਦਾ ਮਤਲਬ ਹੈ ਪਹਿਲਾਂ ਉਹਦੇ ਵਿੱਚ ਸੀਗਾ ਕੁਛ ਨਾ ਕੁਛ, ਅੰਬ ਜਾਂ ਸੇਬ, ਹੁਣ ਨਹੀਂ ਹੈ ਉਹਦੇ 'ਚ। ਇਹੀ ਸ਼ੂਨਿਅਤਾ ਹੈ, ਐਗਜ਼ਿਸਟੈਂਸ ਆਫ ਨॉन ਐਗਜ਼ਿਸਟੈਂਸ। ਜਿੱਥੇ ਕੁਛ ਪਹਿਲਾਂ ਸੀਗਾ ਹੁਣ ਹੈ ਨਹੀਂ। ਮਹਾਤਮਾ ਬੁੱਧ ਜੀ ਵੀ ਈਸ਼ਵਰ 'ਚ ਔਰ ਆਤਮਾ 'ਚ ਵਿਸ਼ਵਾਸ ਬਿਲਕੁਲ ਨਹੀਂ ਸੀ ਕਰਦੇ। ਉਹਨਾਂ ਨੇ ਖੰਡਨ ਕਰਿਆ ਸਗੋਂ ਇਸ ਗੱਲ ਦਾ। ਉਹ ਕਹਿੰਦੇ ਸੀਗੇ ਵੀ ਦੁਨੀਆ ਦੇ ਵਿੱਚ ਕਾਰਨ ਸਭ ਤੋਂ ਵੱਡਾ ਅਵਿਦਿਆ ਹੈ। ਅਵਿਦਿਆ ਕਰਕੇ ਹੀ ਸੰਸਕਾਰ ਪੈਦਾ ਹੁੰਦੇ ਆ, ਉਸ ਤੋਂ ਹੀ ਸਰੀਰ ਬਣਦਾ ਹੈ, ਉਸ ਤੋਂ ਹੀ ਆਤਮਾ ਬਣਦੀ ਹੈ, ਉਸੇ ਤੋਂ ਦੁੱਖ ਪੈਦਾ ਹੁੰਦੇ, ਵੇਦਨਾ। ਉਹ ਕੱਲ੍ਹ ਨੂੰ ਕਰਾਂਗੇ ਜੇ ਸਮਾਂ ਅੱਜ ਨਾ ਮਿਲ ਸਕਿਆ। ਤੋ ਅੱਜ ਆਪਾਂ ਨੇ ਹੋਰ ਤਰ੍ਹਾਂ ਇਹਨੂੰ ਦੇਖਣਾ ਹੈ। ਜਿਹੜੀ ਇਹ ਥਿਊਰੀ ਹੈ ਸ਼ੂਨਿਅਤਾ ਦੀ, ਇਹ ਅਖੀਰ ਨੂੰ ਬੁੱਧ ਨੂੰ ਨਿਰਵਾਣ ਮਿਲਿਆ ਤਪੱਸਿਆ ਨਾਲ। ਉਹ ਨਿਰਵਾਣ ਕਿਆ ਹੈ? ਗੁਰਬਾਣੀ 'ਚ ਵੀ ਜ਼ਿਕਰ ਆਉਂਦਾ ਹੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੁਟੈ। ਪਰ ਗੁਰਬਾਣੀ ਦਾ ਨਿਰਵਾਣ ਹੋਰ ਹੈ, ਮਹਾਤਮਾ ਬੁੱਧ ਦਾ ਨਿਰਵਾਣ ਹੋਰ ਹੈ। ਮਹਾਤਮਾ ਬੁੱਧ ਕਹਿੰਦਾ ਹੈ ਵੀ ਇਹ ਸੰਸਾਰ ਦੁੱਖਾਂ ਦਾ ਘਰ ਹੈ। ਦੁੱਖਾਂ ਦਾ ਕੋਈ ਕਾਰਨ ਹੈ, ਚਾਹੇ ਉਹ ਅਵਿਦਿਆ ਹੈ, ਚਾਹੇ ਸੰਸਕਾਰ ਹੈ ਸਾਡੇ। ਦੁੱਖ ਦੂਰ ਕਰਿਆ ਜਾ ਸਕਦਾ ਹੈ, ਕਾਰਨ ਕਿਉਂਕਿ ਦੂਰ ਕਰਿਆ ਜਾ ਸਕਦਾ। ਜੇ ਕਾਰਨ ਦੂਰ ਹੋ ਗਿਆ ਦੁੱਖਾਂ ਦਾ, ਤਾਂ ਦੁੱਖਾਂ ਨੇ ਵੀ ਹਟ ਜਾਣਾ। ਤੋ ਇਹਦੇ ਵਾਸਤੇ ਜਿਹੜੇ ਬੁੱਧੀ ਹੈ, ਇਹ 4 ਕੋਟੀਆਂ 'ਚ ਇਹਨੇ ਮਹਾਤਮਾ ਬੁੱਧ ਨੇ ਮੰਨਿਆ ਬਈ ਬੁੱਧੀ ਦੇ ਕਿਸੇ ਵੀ ਵਸਤੂ ਨੂੰ ਮੰਨਣ ਦੇ 4 ਕੋਟੀਆਂ, 4 ਤਰੀਕੇ ਕਹਿ ਲਓ। ਉਹ ਕਿਹੜੇ ਕਿਹੜੇ? ਨੰਬਰ 1, ਸਭ ਚੀਜ਼ਾਂ ਮੌਜੂਦ ਹਨ, ਯਾਨੀ ਸੱਤ ਹੈ। ਸਾਰੀਆਂ ਚੀਜ਼ਾਂ ਦੀ ਹੋਂਦ ਹੈਗੀ ਹੈ, ਸੱਤ ਹੈ। ਪਰ ਜਦ ਇਹਦਾ ਜਵਾਬ ਦੇਖਦੇ ਹਾਂ ਤਾਂ ਮਹਾਤਮਾ ਬੁੱਧ ਕਹਿੰਦਾ ਵੀ ਨਹੀਂ, ਬਿਲਕੁਲ ਨਹੀਂ ਹੈ, ਸੱਤ ਹੈ ਹੀ ਨਹੀਂ ਕੋਈ ਵੀ ਚੀਜ਼। ਇਹ ਤਾਂ ਗੱਲ ਗੁਰਬਾਣੀ ਵੀ ਕਹਿੰਦੀ ਹੈ ਵੀ ਸਭ ਕੁਝ ਮਿਥਿਆ। ਤੇ ਦੂਜਾ ਇਹਦੇ 'ਚ ਦੂਜੀ ਕੋਟੀ ਇਹ ਹੈ, ਬੁੱਧੀ ਕਹਿੰਦੀ ਹੈ ਵੀ ਸਭ ਚੀਜ਼ਾਂ ਮੌਜੂਦ ਨਹੀਂ ਹੈ। ਇਹ ਵੀ ਨਹੀਂ ਵਿੱਚ ਜਵਾਬ ਹੈ, ਮੌਜੂਦ ਵੀ ਹੈਗੀਆਂ ਨੇ। ਦੇਖਿਓ ਕਿੰਨਾ ਜਟਿਲ ਸਿਧਾਂਤ ਹੈ। ਪਹਿਲਾ ਹੈਗਾ ਵੀ ਸਭ ਚੀਜ਼ਾਂ ਮੌਜੂਦ ਹੈ, ਪਰ ਇਹਦਾ ਉੱਤਰ ਹੈ ਵੀ ਨਹੀਂ, ਕੋਈ ਮੌਜੂਦ ਨਹੀਂ ਹੈ। ਸਭ ਚੀਜ਼ਾਂ ਮੌਜੂਦ ਨਹੀਂ ਹੈ, ਇਹ ਵੀ ਗਲਤ ਹੈ, ਇਹਦਾ ਜਵਾਬ ਵੀ ਨਹੀਂ ਹੈ। ਤੀਜੀ ਕੋਟੀ ਹੈਗੀ ਹੈ ਵੀ ਉੱਪਰ ਵਾਲੀਆਂ ਦੋਨੋਂ ਸੱਤ ਔਰ ਅਸੱਤ, ਬਈ ਇਹ ਮੌਜੂਦ ਵੀ ਹੈ ਔਰ ਨਹੀਂ ਵੀ ਹੈ, ਇਹ ਵੀ ਨਹੀਂ ਵਿੱਚ ਹੈ, ਇਹਦਾ ਜਵਾਬ ਵੀ। ਕਿਉਂਕਿ ਸਾਧ ਸੰਗਤ ਜੀ ਇਹਨੂੰ ਕਹਿੰਦੇ ਸਦ ਸੱਤ, ਦੋਨੋਂ ਮੌਜੂਦ ਤੇ ਦੋਨੋਂ ਹੀ ਨਾਮੌਜੂਦ। ਇਹ ਦੋਨਾਂ ਦਾ ਜਵਾਬ ਵੀ ਨਹੀਂ ਵਿੱਚ ਆਉਂਦਾ। ਇਹ ਜਿਹੜਾ ਨਹੀਂ ਹੈ ਇਹੀ ਸ਼ੂਨਿਅਤਾ ਹੈ। ਹਰ ਚੀਜ਼। ਚੌਥੀ ਜਿਹੜੀ ਹੈਗੀ ਹੈ ਉਹ ਹੈਗੀ ਹੈ ਸਦਾ ਸਤ ਭਿੰਨ। ਨਾ ਹੀ ਕੋਈ ਅਸਤਿਤਵ ਹੈ ਕਿਸੇ ਵਸਤੂ ਦਾ, ਨਾ ਹੀ ਅਸਤਿਤਵ ਹੈ। ਯਾਨੀ ਨਾ ਹੀ ਕੋਈ ਵਸਤੂ ਐਂ ਕਹਿ ਸਕਦੇ ਹਾਂ ਆਪਾਂ ਵੀ ਨਹੀਂ ਹੈ, ਨਾ ਹੀ ਇਹ ਕਹਿ ਸਕਦੇ ਹਾਂ ਵੀ ਉਹ ਹੈਗੀ ਹੈ। ਇਹਦਾ ਜਵਾਬ ਫੇਰ ਨਹੀਂ। ਬੁੱਧੀ ਮੰਨ ਨਹੀਂ ਸਕਦੀ ਨਾ ਚੀਜ਼ਾਂ ਨੂੰ। ਬੁੱਧੀ ਕਹੂਗੀ ਵੀ ਜਦ ਇੱਕ ਚੀਜ਼ ਦਿਖਦੀ ਹੈ, ਹੈਗੀ ਹੈ, ਚੰਦ ਸੂਰਜ ਹੈਗੇ ਹੈ, ਦਰਖਤ ਹੈਗੇ ਹੈ, ਪੇੜ ਹੈਗੇ, ਪਰਬਤ ਹੈਗੇ ਹੈ, ਫਿਰ ਆਪਾਂ ਕਿਵੇਂ ਕਹੀਏ ਵੀ ਉਹ ਹੈ ਨਹੀਂ। ਲੇਕਿਨ ਮਹਾਤਮਾ ਬੁੱਧ ਦਾ ਜਿਹੜਾ ਸਿਧਾਂਤ ਹੈ ਉਹ ਇਹੀ ਕਹਿ ਰਿਹਾ। ਉਹਦਾ ਭਾਵ ਇਹ ਹੈ ਕਹਿਣ ਦਾ ਵੀ ਇਹ ਚੀਜ਼ਾਂ ਕਿਸੇ ਟਾਈਮ ਹੁੰਦੀਆਂ, ਕਿਸੇ ਟਾਈਮ ਨਹੀਂ ਹੁੰਦੀਆਂ। ਚੰਦ ਸੂਰਜ ਨੇ ਵੀ ਕਈ ਵਾਰ ਮਿਟ ਲਏ, ਕਈ ਵਾਰ ਫੇਰ ਬਣਨਾ, ਇਹ ਉਹਦੀ ਕੁਦਰਤ ਹੈ। ਇਹ ਬਹੁਤ ਜਟਿਲ ਸਿਧਾਂਤ ਹੈ। 4 ਕੋਟੀਆਂ ਵਿੱਚ ਹੈ। ਜਿਹੜਾ ਨਿਰਵਾਣ ਹੈ ਉਹ 4ਾਂ ਤੋਂ ਉੱਪਰ 5ਵੀਂ ਕੋਟੀ ਵਿੱਚ ਹੈ। ਉਹ ਬੁੱਧੀ ਨਾਲ ਨਹੀਂ ਸਮਝ ਆਉਂਦਾ ਕਦੇ ਵੀ। ਉਹ ਗੱਲ ਗੁਰਬਾਣੀ ਵੀ ਮੰਨਦੀ ਹੈ ਵੀ ਜਦੋਂ ਬੁੱਧੀ ਦੇ ਖੰਭ ਝੜੂਗੇ ਤਾਂ ਚੌਥਾ ਪਦ ਬਣਨਾ ਬੰਦੇ ਦਾ, ਹੰਕਾਰ ਟੁੱਟਣਾ। ਜਦ ਬੁੱਧ ਨੇ ਹੰਕਾਰ ਪਰ ਬਹੁਤਾ ਜ਼ੋਰ ਨਹੀਂ ਦਿੱਤਾ, ਬੁੱਧ ਨੇ ਅਵਿਦਿਆ ਪਰ ਜ਼ੋਰ ਦਿੱਤਾ ਜ਼ਿਆਦਾ। ਤੋ ਸਾਧ ਸੰਗਤ ਜੀਓ, ਇਹ ਜਿਹੜਾ 4ਾਂ ਦਾ ਜਵਾਬ ਨਹੀਂ ਹੈ ਨਾ, ਸੱਤ ਹੈ ਨਹੀਂ ਹੈ, ਅਸੱਤ ਹੈ ਨਹੀਂ ਹੈ, ਸੱਤ ਵੀ ਹੈ ਅਸੱਤ ਵੀ ਹੈ ਨਹੀਂ ਹੈ, ਨਾ ਅਸੱਤ ਹੈ ਤੇ ਨਾ ਹੀ ਅਨ ਅਸੱਤ ਹੈ, ਇਹਦਾ ਜਵਾਬ ਵੀ ਨਹੀਂ ਹੈ। 4ਾਂ ਦਾ ਜਵਾਬ ਨਹੀਂ ਹੈ। ਇਸੇ ਨੂੰ ਸ਼ੂਨਿਆ ਕਿਹਾ ਉਹਨਾਂ ਨੇ, ਸ਼ੂਨਿਅਤਾ। ਜਿਹਨੇ ਸ਼ੂਨਿਅਤਾ ਨੂੰ ਸਮਝ ਲਿਆ ਉਹਨੇ ਸਮਝ ਲਓ ਸਾਰੀ ਫਿਲਾਸਫੀ ਸਮਝ ਲਈ। ਬਾਕੀ ਧਰਮਾਂ ਦੀ ਫਿਲਾਸਫੀ ਇੰਨੀ ਔਖੀ ਨਹੀਂ ਜਿੰਨਾ ਸ਼ੂਨਿਆ ਨੂੰ ਸਮਝਣਾ। ਇੱਕ ਵਾਰ ਐਸਾ ਟਾਈਮ ਵੀ ਆਇਆ ਸੀ ਹਿੰਦੁਸਤਾਨ ਦੇ ਉੱਤੇ ਵੀ ਜਿਹੜਾ ਹਿੰਦੂ ਧਰਮ ਜਾਂ ਬ੍ਰਾਹਮਣੀ ਧਰਮ ਸੀਗਾ ਨਾ, ਉਹ ਬਾਹਰ ਨਿਕਲਣ ਤੋਂ ਵੀ ਡਰਦੇ ਸੀਗੇ। ਇੰਨਾ ਛਾ ਗਿਆ ਸੀ ਇਹ ਧਰਮ, ਕਿਉਂਕਿ ਅਸ਼ੋਕ ਨੇ ਪੈਟਰੋਨੇਜ ਦੇਤੀ, ਰਾਜੇ ਨੇ, ਸਾਰੇ ਹਿੰਦੁਸਤਾਨ ਦੇ ਵਿੱਚ ਫੈਲ ਗਿਆ। ਬਾਕੀ ਦੇਸ਼ਾਂ ਵਿੱਚ ਤਾਂ ਹੁਣ ਵੀ ਫੈਲਿਆ, ਇੰਡੋਨੇਸ਼ੀਆ, ਚਾਈਨਾ, ਜਾਪਾਨ
ਤਿੱਬਤ ਸਭ ਜਗ੍ਹਾ ਫੈਲਿਆ ਹੋਇਆ ਹੈ, ਮੰਗੋਲੀਆ ਤੱਕ। ਪਰ ਇਹਦੀਆਂ ਜੜ੍ਹਾਂ ਹਿਲਾਈਆਂ ਫਿਰ ਆ ਕੇ ਇਹਨੂੰ ਹੋਰ ਜ਼ਿਆਦਾ ਫੈਲਾਇਆ ਨਾਗਾਰਜੁਨ ਨੇ, ਤੇ ਇਹਨੂੰ ਫਿਰ ਸ਼ੰਕਰਾਚਾਰੀਆ ਹੋਇਆ ਇੱਕ, ਉਹਨੇ ਬ੍ਰਾਹਮਣੀ ਧਰਮ ਨੂੰ ਅੱਗੇ ਰੱਖ ਕੇ ਵਿਆਖਿਆ ਕਰੀ। ਫਿਰ ਬ੍ਰਾਹਮਣੀ ਜਿਹੜਾ ਬੁੱਧ ਧਰਮ ਹੈ ਇਹਦੀਆਂ ਜੜ੍ਹਾਂ ਹਿੱਲੀਆਂ। ਸਾਧ ਸੰਗਤ ਜੀ ਇੱਥੇ ਤੱਕ ਦੇਖਿਓ ਵੀ ਜਿਹੜਾ ਉੱਚਾ ਪਿੰਡ ਸੰਘੋਲ ਹੈ, ਚੰਡੀਗੜ੍ਹ ਲੁਧਿਆਣੇ ਦੇ ਰਸਤੇ 'ਚ ਇੱਕ ਪਿੰਡ ਆਉਂਦਾ, ਉੱਚਾ ਪਿੰਡ ਵੀ ਕਹਿੰਦੇ ਉਹਨੂੰ, ਨਾਂ ਉਹਦਾ ਸੰਘੋਲ ਹੈ ਵੈਸੇ। ਉੱਥੇ ਖੁਦਾਈ ਵੀ ਹੋਈ ਹੈ, ਮਿਊਜ਼ੀਅਮ ਵੀ ਬਣਿਆ, ਦਾਸਰਾ ਉੱਥੇ ਦੇਖ ਕੇ ਵੀ ਆਇਆ, ਉਹ ਚੀਜ਼ਾਂ ਪੁਰਾਣੀਆਂ ਉੱਥੇ ਰੱਖੀਆਂ ਹੋਈਆਂ। ਉਹਦਾ ਇਹ ਇਤਿਹਾਸ ਹੈ ਵੀ 7 ਵਾਰੀ ਉਹ ਢਹਿ ਕੇ ਬਣਿਆ ਹੋਇਆ। ਜਿਹੜੀ ਉੱਚਾ ਥੇ ਹੈ ਨਾ, ਜਦੋਂ ਉੱਥੇ ਲਾਗ ਪੱਟਦੇ ਆ ਕੋਈ ਨਿਊ ਵਗੈਰਾ ਹੇਠਾਂ, ਉਹ 7 ਤਹਾਂ ਜੁਦੀਆਂ ਦਿਖਦੀਆਂ ਵੀ ਆਹ ਫਲਾਣੀ ਸਭਿਅਤਾ ਦਾ, ਆਹ ਫਲਾਣੀ ਸਭਿਅਤਾ ਢਹੀ ਹੈ, ਉਹ ਹੈ ਆਹ ਉਸ ਤੋਂ ਉੱਪਰ ਅਮਕੀ ਸਭਿਅਤਾ। 7 ਹੈ, ਸਾਰੀਆਂ ਨੇ ਹੰਢਾਇਆ ਹੋਇਆ ਉਹ, ਮਤਲਬ ਸੰਘੋਲ ਨੇ ਉਹ ਸਾਰੀਆਂ ਹੰਢਾਈਆਂ ਹੋਈਆਂ। ਤਾਂ ਉਹ ਜਿਹੜਾ ਉੱਚਾ ਪਿੰਡ ਅੱਜ ਕੱਲ੍ਹ ਉਹ 1 ਕਿਲੋਮੀਟਰ 'ਚ ਮਸਾਂ ਹੈ। ਕਿਸੇ ਵਕਤ ਉਹ 12 ਕੋਹ ਵਿੱਚ ਫੈਲਿਆ ਹੋਇਆ ਸੀ। ਜਦ ਹਿਊਨ ਸਾਂਗ ਚਾਈਨਾ ਦਾ ਯਾਤਰੀ 6ਵੀਂ 7ਵੀਂ ਸਦੀ ਵਿੱਚ ਇੱਥੇ ਆਇਆ ਨਾ, ਜ਼ਿਆਰਤ ਕਰਨ, ਧਾਰਮਿਕ ਪੁਸਤਕਾਂ ਦਾ ਅਧਿਐਨ ਕਰਨ ਬੁੱਧ ਧਰਮ ਦਾ, ਤਾਂ ਉਹਨੇ ਉੱਚੇ ਪਿੰਡ ਦੇ ਵਿੱਚੋਂ ਦੀ ਲੰਘਿਆ ਸੀ। ਉਹ ਆਇਆ ਸੀ ਇੱਧਰ ਉੱਪਰੋਂ ਸਿੰਧ ਵੱਲੋਂ, ਜੰਗਲਾਂ ਦੇ ਰਸਤੇ 'ਚ। ਇੱਕ ਵਾਰ ਉਹਨੂੰ ਸ਼ੇਰ ਨੇ ਵੀ ਮਾਰੇ ਦੇਣਾ ਸੀ, ਕੁਦਰਤੀ ਬਚ ਗਿਆ। ਉਹਨੇ ਲਿਖਿਆ, ਉਹਨੇ ਜ਼ਿਕਰ ਕਰਿਆ ਇੱਕ ਐਸਾ ਸ਼ਹਿਰ ਹੈ ਸਤਲੁਜ ਤੋਂ ਕੁਛ ਕੋਹ ਦੂਰ ਹੈ, ਚਾਈਨਾ ਦੇ ਪੈਮਾਨੇ ਨਾਲ ਲਿਖਿਆ ਉਹਨੇ। ਉਹ ਬਿਲਕੁਲ ਉੱਚਾ ਪਿੰਡ ਬਣਦਾ। ਉਹਦੀ ਖਾਸੀਅਤ ਜਿਹੜੀ ਉਹਨੇ ਲਿਖੀ ਹੈ ਉਹ ਆਪ ਜੀ ਨਾਲ ਸਾਂਝੀ ਕਰਾਂ। ਉਹਨੇ ਲਿਖਿਆ ਵੀ ਹਿੰਦੁਸਤਾਨ ਦੇ ਹਰ ਸ਼ਹਿਰ ਦੇ ਆਲੇ ਦੁਆਲੇ ਇੱਕ ਖਾਈ ਟ੍ਰੈਂਚ ਹੁੰਦੀ ਸੀ ਪਾਣੀ ਦੀ, ਦੁਸ਼ਮਣਾਂ ਤੋਂ ਬਚਾਓ ਖਾਤਰ। ਬਈ ਮੈਂ ਸਤਲੁਜ ਤੋਂ ਕੁਛ ਮੀਲ ਦੂਰ, 7 ਜਾਂ 8 ਮੀਲ ਕੁਛ ਇਸ ਤਰ੍ਹਾਂ, ਉਹਨਾਂ ਚਾਈਨਾ ਦਾ ਪੈਮਾਨਾ ਉਹ ਹਿੰਦੁਸਤਾਨ ਦੇ ਮੀਲਾਂ ਦੇ ਮੁਤਾਬਕ ਠੀਕ ਬਣਦਾ। ਬਈ ਉੱਥੇ ਮੈਂ ਇੱਕ ਸ਼ਹਿਰ ਐਸਾ ਦੇਖਿਆ ਜਿਹੜਾ 12 ਕੋਹ 'ਚ ਸੀਗਾ। ਉਹ ਕੋਹ ਵੀ ਉਹਨੇ ਆਪਣਾ ਹੀ ਚਾਈਨਾ ਦਾ ਹੀ ਕੋਈ ਪੈਮਾਨਾ ਰੱਖਿਆ, ਉਹਦਾ ਮਤਲਬ 12 ਕੋਹ ਬਣਦਾ। ਬਈ ਉੱਥੇ ਇੱਕ ਤਾਂ ਖਾਈ ਬਾਹਰ ਸੀਗੀ, ਇੱਕ ਕਿਲੇ ਦੀ ਕੰਧ ਤੋਂ ਅੰਦਰ ਵੀ ਟ੍ਰੈਂਚ ਬਣੀ ਹੋਈ ਸੀ, ਉਹਦੇ 'ਚ ਵੀ ਪਾਣੀ ਸੀ। ਇਹ ਸਾਰੇ ਹਿੰਦੁਸਤਾਨ 'ਚ ਇੱਕ ਨਵੇਕਲੀ ਚੀਜ਼ ਸੀ। ਹੋਰ ਕਿਸੇ ਸ਼ਹਿਰ ਵਿੱਚ ਬਾਹਰ ਤਾਂ ਹੈਗੀਆਂ ਖਾਈਆਂ ਬਣੀਆਂ ਪਈਆਂ, ਉਹ ਹੁਣ ਵੀ ਮੌਜੂਦ ਨੇ, ਉਹਨਾਂ ਦੇ ਅਵਸ਼ੇਸ਼ ਮਿਲਦੇ ਨੇ, ਪਰ ਅੰਦਰ ਖਾਈ ਹੋਵੇ ਇਹ ਹੋਰ ਕਿਸੇ ਜਗ੍ਹਾ 'ਚ ਨਹੀਂ ਹੈ, ਉੱਚੇ ਪਿੰਡ 'ਚ ਹੈਗੀ। ਉੱਥੇ ਜਿਹੜਾ ਰਹਿੰਦਾ ਨਾ ਮਿਊਜ਼ੀਅਮ ਵਾਲਾ, ਉਹ ਦਿਖਾ ਵੀ ਦਿੰਦਾ ਵੀ ਆਹ ਦੇਖੋ ਜੀ। ਹਾਲਾਂਕਿ ਹੁਣ ਉੱਥੇ ਪਿੰਡ ਦੀਆਂ ਜਿਹੜੀਆਂ ਬੀਬੀਆਂ ਉਹ ਪਾਥੀਆਂ, ਪਰ ਜਗ੍ਹਾ ਪਤਾ ਚੱਲ ਜਾਂਦਾ, ਉਹ ਦੱਸਣ ਦੇ ਮੁਤਾਬਕ ਉਹ ਦੱਸ ਦਿੰਦਾ ਵੀ ਆਹ ਦੇਖੋ ਅੰਦਰਲੀ ਟ੍ਰੈਂਚ ਦੇ ਨਿਸ਼ਾਨ ਹੈ, ਬਾਹਰਲੀ ਟ੍ਰੈਂਚ ਹੈ। ਤੋ ਚਲੋ ਮਤਲਬ ਇੰਨਾ ਛਾ ਗਿਆ ਸੀ ਬੁੱਧ ਧਰਮ, ਬਈ ਬ੍ਰਾਹਮਣੀ ਲੋਕ ਬਾਹਰ ਵੀ ਬਹੁਤ ਬਚ ਕੇ ਨਿਕਲਦੇ ਸੀ, ਕੋਈ ਬੁੱਧ ਧਰਮ ਦਾ ਨਾ ਹੋਵੇ, ਇੰਨੇ ਡਰ ਪੈ ਗਿਆ ਸੀ, ਪੱਧਰ ਤੇ ਹੀ ਹੋ ਗਏ ਸੀ। ਪਰ ਇਹਦੀਆਂ ਫਿਰ ਜਿਹੜੀਆਂ ਚੁਗਲਾਂ ਹਲਾਈਆਂ ਉਹ ਸ਼ੰਕਰਾਚਾਰੀਆ ਨੇ, ਉਹ ਜੁਦੀ ਗੱਲ ਹੈ। ਬ੍ਰਾਹਮਣੀ ਧਰਮ ਫਿਰ ਨਿਕਲ ਗਿਆ ਬੁੱਧ ਧਰਮ ਨੂੰ। ਉਹਦਾ ਇੱਕ ਕਾਰਨ ਹੋਰ ਵੀ ਥਾ ਵੀ ਇਹ ਅਹਿੰਸਾ 'ਚ ਵਿਸ਼ਵਾਸ ਕਰਦੇ ਸੀ, ਮਾਰ ਧਾੜ ਛੱਡਤੀ ਸੀ। ਅਸ਼ੋਕ ਨੇ ਵੀ ਆਪਣੀ ਤਲਵਾਰ ਗੰਗਾ ਦੇ ਵਿੱਚ ਛਿੜਦੀ ਸੀ ਪਟਨੇ ਸਾਹਿਬ, ਜਿੱਥੋਂ ਗੁਰੂ ਸਾਹਿਬ ਨੇ ਫਿਰ ਉਹ ਸ੍ਰੀ ਸਾਹਿਬ ਬਣ ਕੇ ਉਹ ਤਲਵਾਰ ਚੱਕ ਲਈ। ਉੱਥੇ ਦਾ ਜਨਮ ਹੈ, ਪ੍ਰਕਾਸ਼ ਹੈ ਗੁਰੂ ਸਾਹਿਬ 10ਵੇਂ ਦਾ। ਤੋ ਬੁੱਧ ਧਰਮ ਅਹਿੰਸਾ ਹੋਣੇ ਕਰਕੇ ਬਾਹਰ ਦੇ ਯਾਤਰੀ ਬਹੁਤ ਆਏ ਲੁੱਟਣ ਖਾਤਰ, ਕਿਉਂਕਿ ਇਹ ਪਤਾ ਸੀਗਾ ਵੀ ਇਹ ਤਾਂ ਹਥਿਆਰ ਵਿੱਚ ਬਿਲੀਵ ਹੀ ਨਹੀਂ ਕਰਦੇ ਹੈ, ਇਹ ਤਾਂ ਹਥਿਆਰ ਚੱਕਦੇ ਹੀ ਨਹੀਂ ਹੈ। ਤੋ ਇਹ ਕਾਰਨ ਰਹੇ ਹੈ ਕੁਛ ਬੁੱਧ ਧਰਮ ਦੇ ਖਾਤਮ ਹੋਣ ਦੇ। ਤੋ ਜਿਹੜਾ ਸਾਧ ਸੰਗਤ ਜੀ ਸਭ ਤੋਂ ਪਰਿਕਾਸ਼ਟਾ ਜਿਹੜੀ ਬੁੱਧ ਧਰਮ ਦੀ ਪਰਿਕਾਸ਼ਟਾ ਮੈਨੇ ਚਰਮ ਸੀਮਾ, ਉਹ ਨਿਰਵਾਣ ਹੈ। ਉਹ ਨਿਰਵਾਣ ਦੀ ਵਿਚਾਰ ਵੀ ਆਊਗੀ ਬਾਅਦ 'ਚ। ਪਹਿਲਾਂ ਆਪਾਂ ਇਹ ਸਮਝ ਲਈਏ ਬਈ ਇਹ ਜਿਹੜੀਆਂ 4 ਸਟੇਜਾਂ ਹੈ ਬੁੱਧ ਧਰਮ ਦੀਆਂ, ਉਹਨਾਂ ਦੇ ਵਿੱਚ ਦੀ ਬੰਦਾ ਨਿਕਲਦਾ ਹੈ। ਜਿਵੇਂ ਆਪਾਂ ਨੂੰ ਵੀ ਚੌਥੇ ਪਾਤਸ਼ਾਹ ਹੀ ਪਤਾ ਵੀ 3 ਗੁਣ ਮਾਇਆ ਦੇ, ਚੌਥਾ ਫਿਰ ਸੰਤਾਂ ਦਾ ਹੁੰਦਾ, ਤੇ 5ਵਾਂ ਪਰਮ ਪਦ ਗੁਰੂ ਸਾਹਿਬਾਨਾਂ ਜਾਂ ਕਿਸੇ ਸੰਤ ਜਿਹੜੇ ਉਹਦੇ 'ਚ ਪਹੁੰਚ ਜਾਂਦੇ ਉਹਨਾਂ ਦਾ। ਤੋ ਬੁੱਧ ਧਰਮ ਐਸੇ ਤਰ੍ਹਾਂ ਉਹ 4 ਜਿਹੜੀਆਂ ਸੂਫੀ ਮਤ ਦੀਆਂ ਅਵਸਥਾਵਾਂ, ਪਹਿਲੀ ਸ਼ਰੀਅਤ ਹੈ, ਤੇ ਦੂਜੀ ਹੈਗੀ ਹੈ ਤਰੀਕਤ, ਤੀਜੀ ਹੈਗੀ ਮਾਰਫਤ, ਚੌਥੀ ਹੈਗੀ ਹਕੀਕਤ। ਉਸੇ ਤਰ੍ਹਾਂ ਬੁੱਧ ਧਰਮ ਨੇ ਦੇ ਵਿੱਚ 4 ਅਵਸਥਾਵਾਂ, ਇੱਕ ਤਾਂ ਹੈਗੀ ਹੈ ਸੋਤਾਪਨ, ਦੂਜੀ ਹੈਗੀ ਹੈ ਸਖਤਗਾਮੀ, ਤੀਜੀ ਹੈਗੀ ਅਨਗਾਮੀ, ਚੌਥੀ ਹੈ ਅਰਹਤ। ਥੋੜ੍ਹੀ ਜਿਹੀ ਵਿਚਾਰ ਮੋਟੇ ਜਿਹੇ ਤੌਰ 'ਤੇ ਕਰਾਂ ਇਹਦੀ। ਸੋਤਾਪਨ ਕਦੋਂ ਹੁੰਦਾ ਹੈ? ਜਦੋਂ ਸੋਤਾਪਨ ਦਾ ਮਤਲਬ ਹੈ ਸੁਣਨੇ ਵਿੱਚ ਸੰਪੰਨ, ਸੋਤਾ ਸਰੋਤੇ ਨੂੰ ਕਹਿੰਦੇ। ਜਿਹੜਾ ਸੁਣਨ ਵਿੱਚ ਧਰਮ ਦੀ
ਵਿੱਚ ਦਾਖਲ ਹੋ ਗਿਆ, ਸੁਣਨੇ 'ਚ ਨਿਪੁੰਨ ਹੋ ਗਿਆ, ਉਹ ਬਹੁਤ ਸਾਰੀਆਂ ਗੱਲਾਂ ਤੋਂ ਦੂਰ ਹੋ ਜਾਂਦਾ ਹੈ, ਜਿਹੜੀਆਂ ਗੁਰਬਾਣੀ ਵਿੱਚ ਵੀ ਜ਼ਿਕਰ ਆਉਂਦਾ ਵੀ ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀ। ਉਹ ਮਹਾਤਮਾ ਬੁੱਧ ਉਹਨੂੰ ਸੋਤਾਪਨ ਕਹਿੰਦਾ, ਥੋੜ੍ਹੇ ਜਿਹੇ ਫਰਕ ਨਾਲ। ਦੂਜੀ ਹੈਗੀ ਹੈ ਸਖਤਗਾਮੀ, ਇਹ ਹੈਗੀ ਗਿਆਨ ਦੀ ਪ੍ਰਾਪਤੀ, ਇਹਦੇ 'ਚ ਰਾਗ ਦਵੈਸ਼ ਮੋਹ ਵਗੈਰਾ ਖਤਮ ਹੋ ਜਾਂਦੇ। ਤੀਜੀ ਹੈਗੀ ਹੈ ਅਨਗਾਮੀ, ਅਨਗਾਮੀ ਦਾ ਮਤਲਬ ਵੀ ਮੁੜ ਕੇ ਨਹੀਂ ਆਉਣਾ, ਮੁੜ ਕੇ ਨਾ ਆਉਣ ਦਾ ਮਤਲਬ ਇਹ ਹੈ ਵੀ ਉਹਦਾ ਜਨਮ ਮਰਨ ਖਤਮ ਹੋ ਜਾਂਦਾ। ਚੌਥੀ ਅਰਹਤ, ਅਰਹਤ ਉਹ ਨਿਰਵਾਣ ਨੂੰ ਕਹਿੰਦੇ। ਤੋ ਨਿਰਵਾਣ ਦੇ ਵਿੱਚ ਜਿਹੜੇ 5 ਸਕੰਧ ਹੈ, ਮਹਾਤਮਾ ਬੁੱਧ ਨੇ ਕਿਹਾ ਹੈ 5 ਤੱਤ ਹੈ, ਸਮਝ ਲਓ। ਰੂਪ, ਵੇਦਨਾ, ਸੰਗਿਆ, ਸੰਸਕਾਰ, ਵਿਗਿਆਨ। ਇਹ 5 ਰੂਪ, ਵੇਦਨਾ, ਸੰਗਿਆ, ਸੰਸਕਾਰ, ਵਿਗਿਆਨ, ਇਹ 5 ਨੂੰ ਉਹਨੇ 5 ਸਕੰਧ ਕਿਹਾ ਵੀ ਜਦ ਬੰਦਾ ਮਰਦਾ ਹੈ ਤਾਂ ਇਹ 5 ਸਕੰਧ ਵੀ ਨਸ਼ਟ ਹੋ ਜਾਂਦੇ ਨਾਲੇ। ਔਰ ਉਸ ਤੋਂ ਬਾਅਦ ਜਿਹੜੀ ਆਤਮਾ ਹੈ ਉਹਦਾ ਵੀ ਨਾਸ਼ ਹੋ ਜਾਂਦਾ। ਮਹਾਤਮਾ ਬੁੱਧ ਕਹਿ ਰਿਹਾ ਇਹ ਗੱਲ ਵੀ ਜਦ 5 ਸਕੰਧ ਨਸ਼ਟ ਹੋ ਗਏ, ਕਾਰਨ ਸੀਗੇ ਆਤਮਾ ਦੇ, ਆਤਮਾ ਇਹਨਾਂ ਤੋਂ ਬਣੀ ਸੀਗੀ, ਤਾਂ ਆਤਮਾ ਨਸ਼ਟ ਹੋ ਜਾਂਦੀ ਹੈ। ਆਪਣਾ ਵਿਸ਼ਵਾਸ ਇਹ ਹੈ ਵੀ ਆਤਮਾ ਧਰਮਰਾਜ ਕੋਲ ਪੇਸ਼ ਹੋ ਕੇ ਨਵੀਂ ਜੋਨੀ 'ਚ ਪੈਂਦੀ ਹੈ, ਪਰ ਮਹਾਤਮਾ ਬੁੱਧ ਇਸ ਗੱਲ ਨੂੰ ਮੰਨ ਨਹੀਂ ਰਿਹਾ। ਤੋ ਮਹਾਤਮਾ ਬੁੱਧ ਨੇ ਹੋਰ ਵੀ ਕਿਹਾ ਵੀ ਈਸ਼ਵਰ ਕੋਈ ਨਹੀਂ ਹੈ, ਸਭ ਦੁਨੀਆ ਦਾ ਕੋਈ ਕਾਰਨ ਹੈ, ਕਾਰਨ ਤੋਂ ਕਾਰਜ ਪੈਦਾ ਹੁੰਦਾ, ਜਦੋਂ ਕਾਰਨ ਨਸ਼ਟ ਹੋ ਗਿਆ ਤਾਂ ਕਾਰਜ ਨਸ਼ਟ ਹੋ ਜਾਂਦਾ। ਉਹਨੇ ਸਭ ਤੋਂ ਉੱਪਰਲੀ ਸਟੇਜ ਨਿਰਵਾਣ ਕਹੀ ਹੈ, ਜਿਹਨੂੰ ਸ਼ੂਨਿਆ ਕਹਿੰਦੇ। ਜਦੋਂ ਕੁਛ ਵੀ ਨਹੀਂ ਰਹਿੰਦਾ, ਦੁੱਖ ਨਸ਼ਟ ਹੋ ਜਾਂਦੇ ਸਰੀਰ ਦੇ, ਅਵਿਦਿਆ ਨਸ਼ਟ ਹੋ ਜਾਂਦੀ ਹੈ, ਸੰਸਕਾਰ ਨਸ਼ਟ ਹੋ ਜਾਂਦੇ, ਵੇਦਨਾ ਨਸ਼ਟ ਹੋ ਜਾਂਦੀ ਹੈ, ਜਾਤੀ ਔਰ ਭਵ ਵੀ ਨਸ਼ਟ ਹੋ ਜਾਂਦੇ ਆ, ਤਾਂ ਉਦੋਂ ਫਿਰ ਨਿਰਵਾਣ ਵੱਜਦਾ, ਉਹਨੂੰ ਸ਼ੂਨਿਆ ਕਹਿੰਦਾ। ਸ਼ੂਨਿਆ ਇਸ ਕਰਕੇ ਵੀ ਪਹਿਲਾਂ ਮਨ ਵਿੱਚ ਇਹ ਸਾਰਾ ਕੁਛ ਹੈਗਾ ਸੀਗਾ, ਸੰਸਕਾਰ ਵੀ ਸੀ, ਅਵਿਦਿਆ ਵੀ ਸੀ, ਵਿਗਿਆਨ ਵੀ ਸੀ, ਔਰ ਵੇਦਨਾ ਵੀ ਸੀਗੀ, ਇੰਦਰੀਆਂ ਵੀ ਸੀਗੀਆਂ। ਜਦ ਇਹ ਸਾਰੇ ਹੀ ਖਤਮ ਹੋ ਗਏ ਤਾਂ ਮੁੜ ਕੇ ਸ਼ੂਨਿਆ ਬਣ ਗਿਆ, ਕੁਛ ਨਹੀਂ ਹੈ। ਪਹਿਲਾਂ ਸੀ, ਹੁਣ ਨਹੀਂ ਹੈ, ਇਸੇ ਕਰਕੇ ਇਹਨੂੰ ਸ਼ੂਨਿਆ। ਜਿਵੇਂ ਉਹ ਬਾਸਕਟ ਵਿੱਚ ਵੀ ਹੁਣ ਕੋਈ ਅੰਬ ਨਹੀਂ ਹੈ, ਦੈਟ ਮੀਨਸ ਵੀ ਪਹਿਲਾਂ ਅੰਬ ਸੀਗੇ। ਤੋ ਇਹਦਾ ਲੌਜੀਕਲੀ ਜਿਹੜਾ ਜ਼ੀਰੋ ਹੁੰਦਾ ਉਹ ਮਤਲਬ ਨਹੀਂ ਹੈ ਸ਼ੂਨਿਆ ਦਾ। ਸ਼ੂਨਿਆ ਦਾ ਮਤਲਬ ਵੀ ਪਹਿਲਾਂ ਉੱਥੇ ਕੁਛ ਸੀਗਾ, ਹੁਣ ਉੱਥੇ ਕੁਛ ਹੈ ਨਹੀਂ। ਉਹ ਸੱਤ ਵੀ ਹੈ, ਅਸੱਤ ਵੀ ਹੈ, ਉਹ ਦੋਨੋਂ ਵੀ ਹੈ, ਸੱਤ ਵੀ ਹੈ, ਅਸੱਤ ਵੀ ਹੈ, ਪਰ ਉਹ ਦੋਨੋਂ ਵੀ ਨਹੀਂ ਹੈ, ਨਾ ਸੱਤ ਹੈ ਨਾ ਅਸੱਤ ਹੈ। ਇਹ ਬਹੁਤ ਜਟਿਲ ਸਿਧਾਂਤ ਹੈ, ਸਮਝਣਾ ਔਖਾ ਲੱਗਦਾ ਬੁੱਧੀ ਨੂੰ। ਕਮ ਸੇ ਕਮ ਜੇ ਬੰਦਾ ਥੋੜ੍ਹਾ ਜਿਹਾ ਉੱਪਰ ਉੱਠ ਗਿਆ ਫਿਰ ਇਹ ਚੀਜ਼ਾਂ ਸਮਝਣੀਆਂ, ਜਿਵੇਂ ਗੁਰਬਾਣੀ ਦੀ ਫਿਰ ਬਾਅਦ 'ਚ ਸਮਝ ਆਉਂਦੀ ਹੈ, ਗੁਰੂ ਨਾਲ ਭੇਂਟ ਹੋਣ ਤੋਂ ਬਾਅਦ ਇਸੇ ਤਰੀਕੇ ਨਾਲ ਇਹ ਆਉਂਦਾ। ਇਹ ਸੌਖਾ ਨਹੀਂ ਸਮਝ ਆਉਂਦਾ। ਤੋ ਸਾਧ ਸੰਗਤ ਜੀਓ, ਇਹ ਜਿਹੜਾ ਨਾਗਾਰਜੁਨ ਹੋਇਆ ਬਾਅਦ ਵਿੱਚ ਮੱਧ ਪ੍ਰਦੇਸ਼ 'ਚ ਪੈਦਾ ਹੋਇਆ ਸੀ, ਦੱਖਣ ਵਿੱਚ ਇਹਨੇ ਕਾਰਜ ਕਰਿਆ ਬਹੁਤ। ਇਹ ਮੂਲ ਮਾਧਿਅਮ ਕਾਰਕ ਇਹਦੀ ਇੱਕ ਕਿਤਾਬ ਹੈ, ਉਹ ਇੱਥੇ ਨਸ਼ਟ ਕਰਤੀ ਸੀਗੀ ਤਸਵ ਵਿੱਚ ਆ ਕੇ ਲੋਕਾਂ ਨੇ, ਹਿੰਦੂ ਧਰਮ ਵਾਲਿਆਂ ਨੂੰ, ਵੀ ਇਹਨੂੰ ਨਹੀਂ ਪੜ੍ਹਨ ਦੇਣਾ, ਬੁੱਧ ਦੇ ਚੇਲਿਆਂ ਨਾ ਬਣੇ ਕੋਈ ਵੀ। ਉਹਦੇ ਉਤਾਰੇ ਫਿਰ ਚੀਨ ਵਿੱਚ ਮਿਲਦੇ ਨੇ, ਹੁਣ ਵੀ ਹੈ। ਉੱਥੋਂ ਫਿਰ ਇਹਦਾ ਗਿਆਨ ਮਿਲਿਆ ਲੋਕਾਂ ਨੂੰ ਵੀ ਅਸਲ 'ਚ ਨਾਗਾਰਜੁਨ ਨੇ ਕਿਆ ਕਿਆ ਸੰਦੇਸ਼ ਦਿੱਤੇ ਸੀਗੇ। ਉਹ ਨਾਗਾਰਜੁਨ ਦੀ ਜਿਹੜੀ ਥਿਊਰੀ ਹੈ ਉਹ ਆਇਨਸਟਾਈਨ ਨਾਲ ਮਿਲਦੀ ਹੈ। ਉਹ ਕਹਿੰਦਾ ਵੀ ਹਰ ਇੱਕ ਚੀਜ਼ ਦੂਜੀ ਦੇ ਰਿਲੇਸ਼ਨ ਵਿੱਚ ਹੈ, ਐਬਸੋਲਿਊਟ ਕੋਈ ਨਹੀਂ ਹੈ। ਉਹ ਰੱਬ ਨੂੰ ਵੀ ਨਹੀਂ ਐਬਸੋਲਿਊਟ ਮੰਨਦਾ ਮਹਾਤਮਾ ਬੁੱਧ ਦੀ ਤਰ੍ਹਾਂ, ਨਾ ਹੀ ਉਹ ਆਤਮਾ ਨੂੰ ਐਬਸੋਲਿਊਟ ਮੰਨਦਾ। ਉਹ ਕਹਿੰਦਾ ਵੀ ਹਰ ਇੱਕ ਚੀਜ਼ ਰਿਲੇਸ਼ਨ ਵਿੱਚ ਹੈ। ਟਾਈਮ ਔਰ ਸਪੇਸ ਹੈ ਜਿਹੜੇ, ਇਹ ਵੀ ਰਿਲੇਸ਼ਨ ਵਿੱਚ ਹੈ, ਇਹ ਡਿਪੈਂਡ ਕਰਦੇ ਇੱਕ ਦੂਜੇ 'ਤੇ। ਜਦ ਕਿਸੇ ਗ੍ਰਹਿ ਦੇ ਕੋਲ ਦੀ ਕਿਰਨਾਂ ਸੂਰਜ ਦੀਆਂ ਜਿਹੜੀਆਂ ਸਿੱਧੀਆਂ ਲਾਈਨਾਂ 'ਚ ਚੱਲਦੀਆਂ, ਲਾਈਟ ਟਰੈਵਲਸ ਇਨ ਸਟ੍ਰੇਟ ਲਾਈਨ ਸਿਧਾਂਤ ਹੈ ਫਿਜ਼ਿਕਸ ਦਾ, ਜਦੋਂ ਕਿਸੇ ਗ੍ਰਹਿ ਦੇ ਕੋਲ ਦੀ ਲੰਘਦੀਆਂ ਉਹ ਵੀ ਟਵਿਸਟ ਹੋ ਜਾਂਦੀਆਂ, ਉਹਨਾਂ 'ਚ ਟੇਢ ਆ ਜਾਂਦੀ ਹੈ। ਇਹਦਾ ਮਤਲਬ ਉਹ ਵੀ ਐਬਸੋਲਿਊਟ ਨਹੀਂ ਹੈ। ਐਬਸੋਲਿਊਟ ਕੇਵਲ ਪਰਮਾਤਮਾ ਜਾਂ ਕੋਈ ਸੰਤ ਜਨ ਚੌਥੇ ਪਦ ਵਾਲਾ ਉਹ ਹੁੰਦਾ, ਪਰਮ ਪਦ ਵਾਲਾ। ਮਤਲਬ ਹੈ ਐਬਸੋਲਿਊਟ ਤੋਂ ਮਤਲਬ ਹੈ ਵੀ ਉਹਦੇ 'ਚ ਕੋਈ ਵਿਗਾੜ ਨਹੀਂ ਆਊਗਾ, ਕੋਈ ਰਿਲੇਸ਼ਨ ਨਹੀਂ। ਉਹਨੂੰ ਤਵੀ ਪਰ ਬਿਠਾਲ ਦਿਓ, ਉਹਦੀ ਗਰਦਨ ਕੱਟ ਦਿਓ, ਉਹਦੇ ਅੰਗ ਪਾੜ ਦਿਓ, ਉਹਦੇ ਹੱਥੀਆਂ ਨਾਲ ਖਿੱਚ ਦਿਓ ਦਬੱਲੇ ਨੂੰ, ਉਹਨੂੰ ਕੋਈ ਫਰਕ ਨਹੀਂ ਪੈਣਾ। ਉਹਨੂੰ ਕਹਿੰਦੇ ਐਬਸੋਲਿਊਟ। ਅਤੇ ਨਾਮ ਵੀ ਐਬਸੋਲਿਊਟ ਹੈ, ਬਾਣੀ ਵੀ ਐਬਸੋਲਿਊਟ ਹੈ, ਬਾਕੀ ਸਭ ਕੁਛ ਰਿਲੇਸ਼ਨ ਵਿੱਚ ਹੈ। ਜਿਹੜਾ ਆਪਾਂ ਨੂੰ ਗਧਾ ਬਰਾਗ ਆਉਂਦਾ ਕਈ ਵਾਰ, ਨਵੇਂ ਨਵੇਂ ਜਿਹੜੇ ਸ਼ਾਮਿਲ ਹੁੰਦੇ ਧਰਮ ਵਿੱਚ, ਉਹ ਵੀ ਰਿਲੇਸ਼ਨ ਵਿੱਚ ਹੁੰਦਾ। ਜਿੰਨਾ ਚਿਰ ਪ੍ਰਸ਼ੰਸਾ ਹੋਈ ਜਾਂਦੀ ਹੈ ਨਵੇਂ ਨਵੇਂ ਬੰਦੇ ਦੀ, ਉਹ ਹੋਰ ਅੱਗੇ ਅੱਗੇ ਵਧੀ ਜਾਂਦਾ ਧਰਮ ਵਿੱਚ। ਲੇਕਿਨ ਜਦੋਂ ਪ੍ਰਸ਼ੰਸਾ ਹੋਣੋਂ ਹਟਦੀ ਹੈ, ਜਾਂ ਕੁਆਰੀ ਤਾਂ ਚਾਓ ਵਿਵਾਹੀ ਤਾਂ ਮਾਮਲੇ, ਬਾਬਾ ਫਰੀਦ ਜੀ ਦਾ ਵਚਨ। ਪਹਿਲਾਂ ਬੜਾ ਚਾਅ ਹੁੰਦਾ, ਮੁੜ ਕੇ ਹਟ ਜਾਂਦਾ। ਦਾਸ ਰਹੇ ਨੇ ਆਪਣੀ ਅੱਖਾਂ ਦੇ ਨਾਲ ਦੇਖਿਆ, ਐਸੇ ਬੱਚੇ 18-17 ਸਾਲੇ
ਅਰਦਾਸ ਵੀ ਕਰਿਆ ਕਰਨ, ਸਾਂਝ ਸਵੇਰ ਗੁਰਦੁਆਰੇ ਸਾਹਿਬ 'ਚ ਸੇਵਾ ਕਰਿਆ ਕਰਨ। ਲੋਕਾਂ ਨੇ ਵਾਹ ਕਰਕੇ ਬਹੁਤ ਉੱਚੇ ਚੱਕ ਦਿੱਤੇ। 5-4 ਸਾਲ ਤੋਂ ਬਾਅਦ ਹੁਣ ਉਹ ਕੇਸ ਵੀ ਕੱਟੀ ਫਿਰਦੇ ਆ, ਸ਼ਰਾਬ ਵੀ ਰੋਜ਼ ਪੀਂਦੇ, ਗੁਰਦੁਆਰੇ ਤਾਂ ਕਦੇ ਜਾਂਦੇ ਹੀ ਨਹੀਂ, ਬਿਲਕੁਲ ਇਹ ਦੂਜੇ ਪਾਸੇ ਆ ਗਏ, ਨਾਸਤਕ ਟਾਈਪ ਬਣ ਗਏ। ਤਾਂ ਉਹ ਗਧਾ ਬਰਾਗ ਹੁੰਦਾ। ਸੋ ਇਸ ਤਰ੍ਹਾਂ ਦਾ ਜਿਹੜਾ ਇਹ ਨਾਗਾਰਜੁਨ ਹੈ, ਉਹਨੇ ਕਿਹਾ ਵੀ ਹਰ ਇੱਕ ਚੀਜ਼ ਇਨ ਰਿਲੇਸ਼ਨ ਹੈ। ਰਿਲੇਟਿਵਿਟੀ ਦੀ ਥਿਊਰੀ ਦਿੱਤੀ, ਜਿਹੜੀ ਆਇਨਸਟਾਈਨ ਨੇ ਹੁਣ ਬਾਅਦ 'ਚ ਦਿੱਤੀ ਹੈ। ਨਾਗਾਰਜੁਨ ਨੇ ਦੇਖ ਲਓ ਕਿੰਨੇ ਸੌ ਸਾਲ ਪਹਿਲਾਂ ਇਹ ਹਿੰਦੁਸਤਾਨ 'ਚ ਥਿਊਰੀ ਦਿੱਤੀ ਸੀ। ਉਹ ਥਿਊਰੀ 'ਚ ਕਹਿੰਦਾ ਵੀ ਕਾਜ਼ ਐਂਡ ਇਫੈਕਟ ਹੈ। ਸਾਇੰਸ ਵੀ ਇਹੀ ਮੰਨਦੀ ਹੈ ਅੱਜ ਕੱਲ੍ਹ, ਵੀ ਕਿਸੇ ਚੀਜ਼ ਦਾ ਕੋਈ ਕਾਰਨ ਹੈ ਤਾਂ ਹੀ ਉਹਦਾ ਉਹ ਇਫੈਕਟ ਹੈ। ਜੇ ਘੜਾ ਹੈਗਾ ਤਾਂ ਉਹਦਾ ਕਾਰਨ ਮਿੱਟੀ ਔਰ ਪਾਣੀ ਹੈ, ਤਾਂ ਘੜਾ ਬਣਦਾ। ਜਦ ਘੜਾ ਫੁੱਟ ਗਿਆ ਤਾਂ ਕਾਰਨ ਵੀ ਉਹਦਾ ਮਿਟ ਜਾਂਦਾ। ਤਾਂ ਇਹ ਕਾਜ਼ ਐਂਡ ਇਫੈਕਟ ਥਿਊਰੀ ਨਾਗਾਰਜੁਨ ਨੇ ਬਹੁਤ ਐਕਸਪਲੇਨ ਕਰੀ ਹੋਈ ਹੈ। ਉਹ ਕਹਿੰਦਾ ਵੀ ਕੋਈ ਵੀ ਪਰਮ ਸੱਤ ਨਹੀਂ ਹੈ। ਜਿਵੇਂ ਗੁਰਬਾਣੀ ਪਰਮਾਤਮਾ ਨੂੰ ਪਰਮ ਸੱਤ ਮੰਨਦੀ ਹੈ, ਐਬਸੋਲਿਊਟ ਮੰਨਦੀ ਹੈ, ਨਾਗਾਰਜੁਨ ਔਰ ਬੁੱਧ ਧਰਮ ਵਾਲੇ ਕਹਿੰਦੇ ਆ ਵੀ ਨਹੀਂ, ਕੋਈ ਵੀ ਪਰਮ ਸੱਤ ਨਹੀਂ, ਕਿਉਂਕਿ ਰੱਬ ਵਿੱਚ ਔਰ ਆਤਮਾ 'ਚ ਉਹਨਾਂ ਦਾ ਵਿਸ਼ਵਾਸ ਨਹੀਂ ਹੈ। ਇਸੀ ਕਰਕੇ ਸਾਧ ਸੰਗਤ ਜੀਓ, ਗੁਰਬਾਣੀਕਾਰਾਂ ਨੇ ਮਹਾਤਮਾ ਬੁੱਧ ਜੀ ਦੀ ਕਿਤੇ ਵੀ ਵਡਿਆਈ ਨਹੀਂ ਕਰੀ ਬਾਣੀ 'ਚ। ਭਾਈ ਗੁਰਦਾਸ ਜੀ ਨੇ ਵੀ ਇਹਨੂੰ 10ਵਾਂ ਅਵਤਾਰ ਲਿਖਿਆ, ਅਵਤਾਰਾਂ ਦੇ ਨਾਲ ਜ਼ਿਕਰ ਕਰਿਆ ਮਹਾਤਮਾ ਬੁੱਧ ਦਾ, ਕਿਉਂਕਿ ਗੁਰਬਾਣੀ ਦੇ ਸਿਧਾਂਤਾਂ ਤੋਂ ਬਿਲਕੁਲ ਉਲਟ ਗੱਲਾਂ ਹੈ। ਭਾਵੇਂ ਜ਼ਿੰਦਗੀ ਖਾਤਰ ਕਈ ਅੱਛੀਆਂ ਗੱਲਾਂ ਇਹਦੇ 'ਚ, ਤਾਂ ਹੀ ਇੰਨਾ ਫੈਲਿਆ ਸੀਗਾ, ਪਰ ਗੁਰਬਾਣੀ ਦੇ ਐਂਗਲ ਤੋਂ ਜੇ ਆਪਾਂ ਵਿਚਾਰੀਏ, ਫਿਰ ਉਹ ਰੱਬ 'ਚ ਹੀ ਨਹੀਂ ਵਿਸ਼ਵਾਸ ਕਰਦਾ, ਤੇ ਫਿਰ ਆਪਾਂ ਨੂੰ ਉਹਦੇ ਨਾਲ ਕੋਈ ਸਰੋਕਾਰ ਹੀ ਨਹੀਂ ਰਹਿ ਜਾਂਦਾ। ਮਹਾਤਮਾ ਬੁੱਧ ਜੀ ਦਾ ਸਾਰਾ ਹੀ ਸਿਧਾਂਤ ਇਖਲਾਕੀ ਹੈ ਔਰ ਕਰਮ ਤੇ ਬੇਸਡ ਹੈ, ਵੀ ਕਰਮ ਚੰਗਾ ਕਰੋਗੇ ਤਾਂ ਤੁਹਾਡੀ ਪ੍ਰਾਪਤੀ ਹੋ ਜੂਗੀ, ਨਹੀਂ ਕੁਛ ਨਹੀਂ ਹੋਣਾ। ਆਪੋ ਦੀਪੋ ਭਵਿਆ, ਮਤਲਬ ਆਪਣਾ ਦੀਵਾ ਆਪ ਬਾਲੋ, ਚੰਗੇ ਕਰਮ ਕਰੋ। ਗੁਰਬਾਣੀ ਕਹਿੰਦੀ ਹੈ ਵੀ ਗੁਰੂ ਤੋਂ ਬਿਨਾਂ ਪ੍ਰਾਪਤੀ ਨਹੀਂ ਹੋਣੀ। ਫਰਕ ਪੈ ਗਿਆ ਨਾ ਦੋਹਾਂ ਦਾ ਬਹੁਤ ਆਪਸ ਵਿੱਚ। ਮਹਾਤਮਾ ਬੁੱਧ ਕਹਿੰਦਾ ਆਪਣਾ ਦੀਵਾ ਆਪ ਬਾਲੋ, ਗੁਰਬਾਣੀ ਫਰਮਾਉਂਦੀ ਹੈ ਵੀ ਆਪਣਾ ਦੀਵਾ ਗੁਰੂ ਨੂੰ ਬਣਾਓ, ਉੱਥੋਂ ਰੋਸ਼ਨੀ ਲਓ। ਇਸ ਤਰੀਕੇ ਨਾਲ ਜਦੋਂ ਆਪਾਂ ਇਹਨਾਂ ਜਿੰਨੇ ਵੀ ਸ਼ਾਸਤਰ ਹੈ, 6 ਸ਼ਾਸਤਰ ਪਲੱਸ ਬੁੱਧਿਜ਼ਮ, ਜੈਨਿਜ਼ਮ, ਇਹਨਾਂ ਨੂੰ ਗੁਰਬਾਣੀ ਦੀ ਕਸਵੱਟੀ ਪਰ ਪਰਖਦੇ ਹਾਂ ਤਾਂ ਬੜਾ ਅੰਤਰ ਆਉਂਦਾ। ਪਰ ਇਹਨਾਂ ਦੇ ਵਿੱਚੋਂ ਕੁਝ ਚੀਜ਼ਾਂ ਗੁਰੂ ਸਾਹਿਬ ਨੇ ਔਰ ਭਗਤ ਸਾਹਿਬਾਨਾਂ ਨੇ ਰੱਖੀਆਂ ਵੀ ਹੈ, ਜਿਵੇਂ ਸੁੰਨ ਹੈ, ਅੰਤਰ ਸੁੰਨੰ ਬਾਹਰ ਸੁੰਨੰ ਤਿਰਭਵਨ ਸੁੰਨੰ ਸੁੰਨੰ, ਚੌਥੇ ਸੁੰਨ ਜੋ ਨਰ ਜਾਣੇ ਤਾਂ ਕੋ ਪਾਪ ਨਾ ਪੁੰਨ। ਇਹ ਮਹਾਤਮਾ ਬੁੱਧ ਚੋਂ ਜਿਹੜਾ ਸ਼ੂਨਯ ਸ਼ਬਦ ਹੈ ਉੱਥੋਂ ਲਿਆ ਹੋਇਆ ਸੁੰਨ, ਪੰਜਾਬੀ ਰੂਪਾਂਤਰ ਸ਼ੂਨਯ ਦਾ ਸੁੰਨ ਹੈ। ਤਾਂ ਸੁੰਨ ਪੌਣ ਪਾਣੀ ਸੁੰਨੇ ਤੇ ਸਾਜੇ, ਸੁੰਨੋ ਉਪਜੇ 10 ਅਵਤਾਰਾ, ਸਭ ਕੁਝ ਸੁੰਨ ਚੋਂ ਪੈਦਾ ਹੋਇਆ। ਮਹਾਤਮਾ ਬੁੱਧ ਦਾ ਸੁੰਨ ਇਹ ਹੈ ਵੀ ਉੱਥੇ ਕੋਈ ਦੁੱਖ ਸੁੱਖ ਸਰੀਰ ਰਹੇ ਨਹੀਂ ਜਾਂਦਾ, ਉਹਨੂੰ ਸੁੰਨ ਕਹਿੰਦੇ ਹੋ। ਗੁਰਬਾਣੀ ਕਹਿੰਦੀ ਹੈ ਵੀ ਸਾਰਾ ਕੁਝ ਪਰਮਾਤਮਾ ਦੇ ਡਿਪੈਂਡ ਕਰਦਾ, ਉੱਥੋਂ ਹੀ ਆਉਂਦਾ, ਉਹਦੇ ਵਿੱਚ ਹੀ ਸਮਾ ਜਾਂਦਾ। ਉਹ ਪਰਮ ਸੱਤ ਵੀ ਹੈ, ਉਹ ਐਬਸੋਲਿਊਟ ਵੀ ਹੈ। ਪਰਮਾਤਮਾ ਜਿਹੜਾ ਹੈ ਪਰਮ ਆਤਮਾ, ਸਾਰੀਆਂ ਆਤਮਾਵਾਂ ਦੀ ਅਸਲੀ ਬੜੀ ਆਤਮਾ। ਤੋ ਗੁਰਬਾਣੀ ਦੇ ਵਿੱਚ ਜਿਹੜਾ ਸੁੰਨ ਸ਼ਬਦ ਹੈ ਸਾਧ ਸੰਗਤ ਜੀ, ਉਹ ਪਰਮਾਤਮਾ ਖਾਤਰ ਆਉਂਦਾ। ਮਹਾਤਮਾ ਬੁੱਧ ਦਾ ਵਿਸ਼ਵਾਸ ਹੀ ਨਹੀਂ ਹੈ ਸੁੰਨ, ਪਰ ਉਹ ਸੁੰਨ ਇੰਨਾ ਪ੍ਰਚਲਿਤ ਹੋਇਆ ਅੱਜ ਕੱਲ੍ਹ ਵੀ ਬਹੁਤ ਹੈ। ਸੁੰਨ ਦੀ ਗੱਲ ਬੜੀ ਕਰਦੇ ਜਿਹੜੇ ਲੋਕ ਵਿਦਵਾਨ ਹੋ ਜਾਂਦੇ, ਥੋੜ੍ਹਾ ਬਹੁਤ ਬੁੱਧ ਧਰਮ ਨੂੰ ਵੀ ਜਾਣਦੇ ਆ। ਦਾਸ ਦੇ ਨਾਲ ਵੀ ਦਿੱਲੀ ਤੋਂ 2 ਬੁੱਧ ਧਰਮ ਦੇ ਚੰਗੇ ਗਿਆਤੇ ਸੀਗੇ, ਉਹਨਾਂ ਨਾਲ ਵਿਚਾਰ ਹੁੰਦੀ ਰਹੀ ਹੈ ਇਸੇ ਨੈੱਟ ਦੇ ਉੱਤੇ, ਪਹਿਲਾਂ ਅੱਜ ਤੋਂ 4-5 ਸਾਲ ਪਹਿਲਾਂ, ਸ਼ਾਇਦ ਕਿਤੇ ਨੈੱਟ 'ਚ ਜੇ ਕਿਸੇ ਕੋਲ ਰਿਕਾਰਡ ਹੋਈ ਤਾਂ ਉਹ ਪਈ ਵੀ ਹੋਊ। ਉਹ ਵੀ ਇਹੀ ਗੱਲਾਂ ਬੁੱਧ ਵਾਲੀਆਂ ਕਰਦੇ ਹੁੰਦੇ ਸੀ, ਅਤੇ ਦਾਸਰਾ ਉਹਨਾਂ ਨੂੰ ਫਿਰ ਗੁਰਬਾਣੀ ਦੇ ਅਨੁਸਾਰ ਸਹੀ ਕਰਦਾ ਹੁੰਦਾ। ਕੁਛ ਮੰਨ ਵੀ ਲੈਂਦੇ ਸੀ, ਉਹ ਬਹੁਤੇ ਕੱਟੜ ਨਹੀਂ ਸੀਗੇ, ਪਰ ਉਹ ਹੈਰਾਨ ਹੁੰਦੇ ਸੀਗੇ ਵੀ ਬਾਬੇ ਨਾਨਕ ਨੇ ਇਹ ਫਿਲਾਸਫੀ ਦਿੱਤੀ ਵੀ ਸਾਨੂੰ ਤਾਂ ਇਹਦਾ ਪਤਾ ਹੀ ਕੋਈ ਨਹੀਂ। ਤਾਂ ਚਲੋ ਮੁੱਕਦੀ ਗੱਲ, ਇਹ 4 ਸਟੇਜਾਂ ਹੈ। ਸਰੋਤਾਪਨ, ਸੋਤਾਪਨ ਹੈ ਅਸਲ 'ਚ ਉਹਨਾਂ ਦਾ ਪਾਲੀ ਦਾ ਸ਼ਬਦ ਹੈ। ਪਾਲੀ ਉਦੋਂ ਲੈਂਗੁਏਜ ਸੀ ਬੁੱਧ ਧਰਮ ਦੇ ਸਮੇਂ 'ਚ, ਉਦੋਂ ਪਾਲੀ ਨੇ ਸੰਸਕ੍ਰਿਤ ਦੀਆਂ ਜੜ੍ਹਾਂ ਹਿਲਾਤੀਆਂ ਸੀ ਜਦੋਂ ਮਹਾਤਮਾ ਬੁੱਧ ਸੀਗਾ। ਬਾਅਦ 'ਚ ਸੰਸਕ੍ਰਿਤ ਤਾਂ ਫਿਰ ਗਾਇਬ ਹੋ ਗਈ, ਫਿਰ ਹਿੰਦੀ ਔਰ ਉਰਦੂ ਨੇ ਸਾਂਭ ਲਈ ਇਹੀ ਜਗ੍ਹਾ। ਦੂਜਾ ਸਖਤਗਾਮੀ ਗਿਆਨ ਪ੍ਰਾਪਤੀ, ਤੀਜਾ ਅਨਗਾਮੀ, ਅਤੇ ਆਤਮਾ ਰੂਪੀ ਜਿਹੜਾ ਅਨੁਭਵ ਹੈ, ਉਹਦੀ ਜਿਹੜੀ ਅਮਰਤਾ ਹੈ, ਉਹਦਾ ਖੰਡਨ ਕਰਿਆ ਮਹਾਤਮਾ ਬੁੱਧ ਨੇ, ਵੀ ਜਦ 5 ਸਕੰਦੇ ਨਹੀਂ ਰਹੇ ਤਾਂ ਆਤਮਾ ਰਹਿ ਨਹੀਂ ਸਕਦੀ। ਅਤੇ ਚੌਥਾ ਹੈਗਾ ਉਹਨਾਂ ਦਾ ਅਰਹਤ, ਜਿਹਨੂੰ ਨਿਰਵਾਣ ਕਹਿੰਦੇ ਆ। ਮੌਤ ਤੋਂ ਬਾਅਦ ਜਦ 5 ਸਕੰਦ ਨਸ਼ਟ ਹੋ ਜਾਂਦੇ ਤਾਂ ਨਾਲ ਹੀ ਆਤਮਾ ਵੀ ਨਸ਼ਟ ਹੋ ਜਾਂਦੀ ਹੈ। ਪਰਮਾਤਮਾ ਨੂੰ ਉਹ ਮੰਨਦਾ ਹੀ ਕੋਈ ਨਹੀਂ ਹੈ। ਤੋ ਮਹਾਤਮਾ ਬੁੱਧ ਕਹਿੰਦਾ ਵੀ 4 ਆਰੀਏ ਸੱਤ ਹੈ। ਸੰਸਾਰ 'ਚ ਦੁੱਖ ਹੈ, ਜਾਂ ਸੰਸਾਰ ਦੁੱਖਾਂ ਦਾ ਘਰ ਹੈ। ਦੁੱਖਾਂ ਦਾ ਕਾਰਨ ਹੈ ਕੋਈ, ਕਾਰਨ ਮਿਟ ਸਕਦਾ ਹੈ,
ਔਰ ਨਿਰਵਾਣ ਦੀ ਪ੍ਰਾਪਤੀ ਹੋ ਸਕਦੀ ਹੈ। ਉਹ ਜਿਹੜੀ ਅੰਦਰੂਨੀ ਗੱਲ ਹੈ, ਜਿਹਨੂੰ ਆਪਾਂ ਕਹਿੰਦੇ ਆ ਵੀ ਮਨ ਬਦਲਦਾ ਹੈ, ਉਲਟੀ ਸੋਚ ਹੋ ਜਾਂਦੀ ਹੈ ਬੰਦੇ ਦੀ ਗੁਰੂ ਨਾਲ ਮਿਲ ਕੇ। ਬੁੱਧ ਨੇ ਉਹ ਗੱਲ ਕਬੂਲ ਕਰੀ ਹੈ। ਉਹ ਕਹਿੰਦਾ ਬੁੱਧੀ ਨਾਲ ਤਾਂ ਇਹ ਚੀਜ਼ਾਂ ਸਮਝ ਆਉਣੀਆਂ ਹੀ ਨਹੀਂ। ਚਾਰ ਕੋਟੀਆਂ ਵਿੱਚ ਜਿਹੜੀ ਗੱਲ ਅਕਲ ਦੀ ਹੈ, ਉਹਦੇ ਨਾਲ ਨਹੀਂ ਇਹ ਸਮਝ ਆਉਣੀ। ਅਕਲ ਤੋਂ ਉੱਪਰ ਉੱਠਣਾ ਪਊ। ਗੁਰਬਾਣੀ ਵੀ ਇਹ ਗੱਲ ਫਰਮਾਉਂਦੀ ਹੈ। ਕੁਝ ਗੱਲਾਂ ਸਾਂਝੀਆਂ ਨਾ ਆਪਸ ਵਿੱਚ ਸਾਰਿਆਂ ਦਰਸ਼ਨਾਂ ਦੀਆਂ। ਗੁਰਬਾਣੀ ਫਰਮਾਉਂਦੀ ਹੈ ਵੀ ਜਿੰਨਾ ਚਿਰ ਬੁੱਧੀ ਕੋਲ ਹੈ, ਗੁਰਬਾਣੀ ਦੀ ਸਮਝ ਨਹੀਂ ਆਉਣੀ, ਨਾ ਹੀ ਨਾਮ ਦੀ ਸਮਝ ਆਉਣੀ। ਇਹ ਉਹੀ ਗੱਲ ਹੈ ਜਿਹੜੀ ਇੱਕ ਦਿਨ ਜਿਹਦੇ ਪਿੱਛੇ ਇੰਨੀ ਚਰਚਾ ਹੋਈ ਗਰੁੱਪ ਦੇ ਵਿੱਚ, ਉਹ ਬੁੱਧੀ ਨਾਲ ਹੈ ਸਾਰਾ ਕੁਛ। ਜਦੋਂ ਬੁੱਧੀ ਦੇ ਖੰਭ ਝੜੇ, ਥੋੜ੍ਹਾ ਬਹੁਤਾ ਬੰਦਾ ਉੱਪਰ ਉੱਠਿਆ, ਸਪਿਰਚੁਅਲਿਟੀ ਆਈ, ਹੌਲੀ ਹੌਲੀ ਡਿਵਿਨਿਟੀ ਆਈ, ਤਾਂ ਉਹਨਾਂ ਇਹ ਗੱਲਾਂ ਜਿਹੜੀਆਂ ਗੁਰਬਾਣੀ 'ਚ ਇਹਨਾਂ ਦਾ ਬਾਅਦ 'ਚ ਪਤਾ ਲੱਗਣਾ ਵੀ ਇਹਨਾਂ ਦਾ ਮਤਲਬ ਕੀ ਹੈ। ਅੱਖਰੀ ਅਰਥਾਂ ਨੂੰ ਲੈ ਕੇ ਅਰਥ ਕਰਨ ਲੱਗ ਜਾਂਦੇ ਜਿਹੜੇ ਅੱਜ ਕੱਲ੍ਹ ਦੇ ਵਿਦਵਾਨ, ਜਿਨ੍ਹਾਂ ਦੇ ਅੰਦਰ ਅਜੇ ਟਰਨ ਨਹੀਂ ਨਾ ਹੋਇਆ, ਹਉਮੈ ਟੁੱਟੀ ਨਹੀਂ, ਉਹ ਨਹੀਂ ਸਮਝ ਸਕਦੇ ਇਹਨਾਂ ਗੱਲਾਂ ਨੂੰ। ਤੋ ਮਹਾਤਮਾ ਬੁੱਧ ਬਹੁਤ ਸਤਿਕਾਰਤ ਹੈ। ਉਹਨੇ ਹਿੰਦੂ ਧਰਮ ਪਰ ਬੜੀ ਚੋਟ ਮਾਰੀ। ਉਹ ਕਹਿੰਦਾ ਵੀ ਜੇ ਬਲੀ ਦੇਣ ਨਾਲ ਆਪਾਂ ਨੂੰ ਸਵਰਗ ਮਿਲ ਸਕਦਾ ਹੈ, ਤਾਂ ਪੰਡਤਾਂ ਨੂੰ ਕਹਿੰਦਾ ਤੁਸੀਂ ਆਪਣੇ ਪਿਤਾ ਦੀ ਬਲੀ ਦਿਓ, ਤਾਂ ਫਿਰ ਤੁਹਾਡਾ ਪਿਤਾ ਵੀ ਸਵਰਗ ਵੀ ਚਲੇ ਜਾਓ। ਇਹੋ ਜਿਹੀਆਂ ਬਾਤਾਂ ਬੁੱਧ ਧਰਮ ਨੇ ਕਹੀਆਂ ਸੀ, ਔਰ ਲੋਕਾਂ ਨੂੰ ਇਹ ਚੰਗੀਆਂ ਵੀ ਲੱਗੀਆਂ ਸੀ। ਹੈ ਵੀ ਠੀਕ ਹੈ ਇਹ ਤਾਂ ਗੱਲਾਂ, ਕੁਛ ਗੱਲਾਂ ਤਾਂ ਉਹਨਾਂ ਦੀਆਂ ਬਹੁਤ ਵਧੀਆ ਹੈ। ਤੋ ਸਾਧ ਸੰਗਤ ਜੀਓ, ਇਹ ਜਿਹੜਾ ਹੈ ਤਾਂ ਇਹ ਬਹੁਤ ਲੰਬਾ ਚੌੜਾ ਵਿਸ਼ਾ ਹੈ। ਮੈਂ ਥੋੜ੍ਹਾ ਜਿਹਾ ਸੰਖੇਪ ਵਿੱਚ ਚੱਲ ਰਿਹਾ। ਅਜੇ ਟਾਈਮ ਤਾਂ ਕਾਫੀ ਹੋ ਗਿਆ। ਚਲੋ ਬਾਕੀ ਦਾ ਫਿਰ ਕੱਲ੍ਹ 'ਤੇ ਕਰਾਂਗੇ। ਇਹਦੇ ਵਿੱਚ ਜਿਹੜਾ ਮੇਨ ਸਿਧਾਂਤ ਹੈ ਉਹਨੂੰ ਕਹਿੰਦੇ ਪ੍ਰਤੀਤਯ ਸਮੁੱਦਪਾਦ। ਪ੍ਰਤੀਤਯ ਸਮੁੱਦਪਾਦ, ਇਹ ਜਿਹੜਾ ਪ੍ਰਤੀਤਯ ਸਮੁੱਦਪਾਦ ਹੈ, ਇਹ ਮੇਨ ਵਿਸ਼ਾ ਹੈ ਬੁੱਧ ਧਰਮ ਦਾ। ਇਹਦੇ 'ਚ ਉਹ ਦੱਸਦਾ ਵੀ ਕਿਵੇਂ ਕਾਰਨ ਤੇ ਕਾਰਜ ਹੁੰਦਾ ਹੈ। ਜਦ ਕਾਰਨ ਟੁੱਟੀ ਜਾਂਦਾ, ਕਾਰਜ ਟੁੱਟੀ ਜਾਂਦਾ ਹੈ। ਚਲੋ ਹੈਗੇ 4-5 ਮਿੰਟ, ਫਿਰ ਕੱਲ੍ਹ ਨੂੰ ਫਿਰ ਗੱਲ ਨਹੀਂ ਬਣਨੀ। ਅੱਜ ਹੁਣ ਬਣਿਆ ਹੋਇਆ ਆਪਣਾ ਮੂਡ ਕਰੇ ਦਿੰਦਾ ਵਿਚਾਰ। ਪ੍ਰਤੀਤਯ ਸਮੁੱਦਪਾਦ ਇਹ ਸਿਧਾਂਤ ਹੈ ਬੁੱਧ ਧਰਮ ਦਾ। ਇਹਦੇ 'ਚ ਕਿਆ ਹੁੰਦਾ? ਬੁੱਧ ਕਹਿੰਦਾ ਵੀ ਸਭ ਚੀਜ਼ਾਂ ਦੀ ਜਿਹੜੀ ਜੜ ਹੈ ਉਹ ਅਵਿਦਿਆ ਹੈ, ਅਗਿਆਨਤਾ ਜਿਹਨੂੰ ਕਹਿੰਦੇ। ਗੁਰਬਾਣੀ ਵੀ ਮੰਨਦੀ ਹੈ ਅਗਿਆਨਤਾ ਨੂੰ, ਪਰ ਬੁੱਧ ਹੋਰ ਤਰ੍ਹਾਂ ਮੰਨਦਾ। ਦੇਖੋ ਬੁੱਧ ਕਹਿੰਦਾ ਵੀ ਅਵਿਦਿਆ ਵਿੱਚੋਂ ਸੰਸਕਾਰ ਪੈਦਾ ਹੁੰਦੇ, ਜਿਹੜੇ ਆਪਾਂ ਕਰਮ ਸੰਸਕਾਰ ਕਰਦੇ ਹਾਂ ਉਹ ਅਵਿਦਿਆ ਕਰਕੇ ਹੁੰਦੇ। ਕੋਈ ਬੰਦਾ ਸਮਝਦਾ ਵੀ ਮੈਂ ਦਰਿਆ 'ਚ ਨਹਾ ਕੇ ਰੱਬ ਨੂੰ ਪਾ ਲੂੰਗਾ, ਇਹ ਕਰਮ ਸੰਸਕਾਰ ਹੈ, ਅਵਿਦਿਆ 'ਚੋਂ ਨਿਕਲ ਰਿਹਾ, ਅਗਿਆਨਤਾ 'ਚੋਂ ਨਿਕਲ ਰਿਹਾ, ਜਿਹਨੂੰ ਗੁਰਬਾਣੀ ਨੇ ਵੀ ਖੰਡਨ ਕਰਿਆ। ਤੋ ਜਦੋਂ ਅਵਿਦਿਆ ਹਟ ਗਈ ਬੰਦੇ ਦੀ, ਇਹ ਸੰਸਕਾਰ ਵੀ ਮਿਟ ਜਾਣੇ ਨਾਲੇ। ਜਦ ਸੰਸਕਾਰ ਮਿਟ ਗਏ ਤਾਂ ਸੰਸਕਾਰਾਂ ਤੋਂ ਅੱਗੇ ਵਿਗਿਆਨ ਯਾਨੀ ਚੇਤਨਾ ਪੈਦਾ ਹੁੰਦੀ ਹੈ। ਵਿਗਿਆਨ ਕਹਿੰਦਾ ਮਹਾਤਮਾ ਬੁੱਧ ਨੂੰ, ਜਦੋਂ ਸੰਸਕਾਰ ਮਿਟ ਗਏ ਤਾਂ ਚੇਤਨਾ ਨੇ ਵੀ ਮਿਟ ਜਾਣਾ। ਜਦੋਂ ਚੇਤਨਾ ਮਿਟ ਗਈ, ਚੇਤਨਾ ਤੋਂ ਹੀ ਨਾਮ ਰੂਪ ਯਾਨੀ ਸਰੀਰ ਪੈਦਾ ਹੁੰਦਾ, ਫਿਰ ਸਰੀਰ ਨੇ ਵੀ ਮਿਟ ਜਾਣਾ। ਜਦੋਂ ਸਰੀਰ ਮਿਟ ਗਿਆ, ਸਰੀਰ ਦੇ ਵਿੱਚ 6 ਇੰਦਰੀਆਂ ਹੁੰਦੀਆਂ ਜਿਹਨੂੰ ਉਹ ਛਡਾਇਤਨ ਕਹਿੰਦਾ। ਜਦ ਸਰੀਰ ਮਿਟ ਗਿਆ ਤਾਂ 6 ਇੰਦਰੀਆਂ ਨੇ ਵੀ ਮਿਟ ਜਾਣਾ ਨਾਲੇ। ਕਾਰਨ ਨੇ ਜਦ ਮਿਟੀ ਜਾਣਾ, ਨਾਲ ਦੀ ਨਾਲ ਕਾਰਜ ਹਟੀ ਜਾਣਾ, ਉੱਥੇ ਸ਼ੂਨਯ ਪੈਦਾ ਹੋਈ ਚਲੇ ਜਾਣਾ। ਅਵਿਦਿਆ ਸ਼ੂਨ ਬਣ ਗਈ ਜਦੋਂ ਸੰਸਕਾਰ ਮਿਟ ਗਏ। ਸੰਸਕਾਰਾਂ ਤੋਂ ਅੱਗੇ ਵਿਗਿਆਨ ਮਿਟ ਗਿਆ, ਸੰਸਕਾਰ ਵੀ ਸ਼ੂਨਯ ਹੋ ਗਏ। ਵਿਗਿਆਨ ਤੋਂ ਅੱਗੇ ਸਰੀਰ ਮਿਟ ਗਿਆ, ਵਿਗਿਆਨ ਸ਼ੂਨਯ ਹੋ ਗਿਆ। ਨਾਮ ਰੂਪ ਸਰੀਰ ਤੋਂ ਅੱਗੇ 6 ਇੰਦਰੀਆਂ ਮਿਟ ਗਈਆਂ ਤਾਂ ਸਰੀਰ ਵੀ ਸ਼ੂਨਯ ਹੋ ਗਿਆ। ਮਤਲਬ ਪਹਿਲਾਂ ਉੱਥੇ ਕੁਛ ਸੀ, ਹੁਣ ਹੈ ਨਹੀਂ, ਤਾਂ ਸ਼ੂਨਯ ਹੋ ਗਿਆ। ਫਿਰ ਇੰਦਰੀਆਂ ਤੋਂ ਅੱਗੇ ਸਪਰਸ਼ ਪੈਦਾ ਹੁੰਦਾ, ਸੰਵੇਦਨਸ਼ੀਲਤਾ। ਜਦ ਇੰਦਰੀਆਂ ਹੀ ਮਿਟ ਗਈਆਂ, ਸੰਵੇਦਨਸ਼ੀਲਤਾ ਖਤਮ ਹੋ ਗਈ। ਇੰਦਰੀਆਂ ਦੀ ਜਗ੍ਹਾ ਸ਼ੂਨਯ ਹੋ ਗਿਆ ਸਪਰਸ਼। ਜਦੋਂ ਸਪਰਸ਼ ਮਿਟਿਆ ਫਿਰ ਵੇਦਨਾ ਨਸ਼ਟ ਹੋ ਗਈ। ਵੇਦਨਾ ਇੰਦਰੀਆਂ ਦੇ ਅਨੁਭਵ ਨੂੰ ਕਹਿੰਦੇ। ਇਹ 12 ਅੰਗਾਂ ਦਾ ਇੱਕ ਪ੍ਰਤੀਤਯ ਸਮੁੱਦਪਾਦ ਹੈ। ਇਹਦੇ 'ਚ ਟੋਟਲ 12 ਅੰਗ ਹੈ, ਮਹਾਤਮਾ ਬੁੱਧ ਨੇ ਗਿਣੇ। ਜਦੋਂ ਵੇਦਨਾ ਖਤਮ ਹੋ ਗਈ ਤਾਂ ਤ੍ਰਿਸ਼ਨਾ ਖਤਮ ਹੋ ਗਈ, ਕਿਉਂਕਿ ਵੇਦਨਾ ਤੋਂ ਹੀ ਤ੍ਰਿਸ਼ਨਾ ਪੈਦਾ ਹੁੰਦੀ ਹੈ। ਵੇਦਨਾ ਹੁੰਦਾ ਇੰਦਰੀਆਂ ਦਾ ਅਨੁਭਵ। ਜਦ ਇੰਦਰੀਆਂ ਕਿਸੇ ਚੀਜ਼ ਨੂੰ ਅਨੁਭਵ ਕਰਨੀਆਂ ਉਹ ਕਰਦੀਆਂ ਹੈ, ਫਿਰ ਉਹ ਤ੍ਰਿਸ਼ਨਾ ਪੈਦਾ ਹੋ ਜਾਂਦੀ ਹੈ ਬੰਦੇ ਦੇ ਮਨ 'ਚ। ਜਦੋਂ ਵੇਦਨਾ ਖਤਮ ਹੋ ਗਈ ਤਾਂ ਤ੍ਰਿਸ਼ਨਾ ਵੀ ਖਤਮ ਹੋ ਗਈ। ਤ੍ਰਿਸ਼ਨਾ ਤੋਂ ਅੱਗੇ ਹੈਗਾ ਉਪਾਦਾਨ। ਉਪਾਦਾਨ ਹੁੰਦਾ ਹੈ ਵਸਤੂਆਂ ਦਾ, ਜਗਤ ਦਾ ਮੋਹ। ਜਦੋਂ ਤ੍ਰਿਸ਼ਨਾਵਾਂ ਖਤਮ ਹੋ ਗਈਆਂ ਤਾਂ ਜਗਤ ਦਾ ਮੋਹ ਖਤਮ ਹੋ ਜਾਣਾ, ਤ੍ਰਿਸ਼ਨਾ ਸ਼ੂਨ ਹੋ ਜਾਣੀ ਹੈ, ਉਪਾਦਾਨ ਪੈਦਾ ਹੋ ਗਿਆ। ਜਦੋਂ ਉਪਾਦਾਨ ਖਤਮ ਹੋ ਗਿਆ ਤਾਂ ਭਵ ਨੇ ਮਿਟ ਜਾਣਾ। ਭਵ ਹੁੰਦਾ ਹੈ, ਇਹ ਲੈਂਗੁਏਜ ਪਾਲੀ ਹੈ ਨਾ, ਇਹ ਉਹਨਾਂ ਦਾ, ਇਹਨਾਂ ਦਾ ਮਤਲਬ ਉਹਨਾਂ 'ਚ ਹੋਰ ਹੈ, ਆਪਾਂ ਭਵ ਤੋਂ ਹੋਰ ਮਤਲਬ ਲੈਂਦੇ। ਜਨਮ ਮਰਨ, ਜਨਮ ਲੈਣ ਦੀ ਇੱਛਾ ਨੂੰ ਭਵ ਕਹਿੰਦੇ। ਤੋ ਜਦੋਂ ਉਪਾਦਾਨ ਮਿਟ ਗਿਆ, ਜਗਤ ਦਾ ਮੋਹ ਮਿਟ ਗਿਆ, ਤਾਂ ਜਗਤ ਦੇ ਜਨਮ ਲੈਣ ਦੀ ਇੱਛਾ ਮਿਟ ਜਾਂਦੀ ਹੈ।
ਉਸ ਤੋਂ ਅੱਗੇ ਜਾਤ ਹੈ, ਜਾਤ ਕਹਿੰਦੇ ਜਨਮ ਲੈਣਾ। ਜਦ ਜਨਮ ਲੈਣ ਦੀ ਇੱਛਾ ਹੀ ਮਿਟ ਗਈ ਤਾਂ ਜਨਮ ਨੇ ਵੀ ਮਿਟ ਜਾਣਾ, ਜਨਮ ਹੋਣਾ ਹੀ ਨਹੀਂ। ਤੋ ਜਦੋਂ ਜਨਮੇ ਮਿਟ ਗਿਆ ਤਾਂ ਜਰਾ ਮਰਾ ਦੋਏ ਖਤਮ ਹੋ ਜਾਣਾ, ਬੁਢਾਪਾ ਵੀ ਬਿਮਾਰੀ ਵੀ, ਸ਼ੂਨਯ ਪੈਦਾ ਹੋ। ਅਵਿਦਿਆ ਤੋਂ ਚੱਲੇ ਆ, ਇਹ 12 ਸਟੇਜਾਂ ਵਿੱਚੋਂ ਦੀ ਲੰਘ ਕੇ ਸ਼ੂਨਯ ਬਣ ਜਾਂਦਾ। ਇਹ ਹੈ ਥਿਊਰੀ ਮਹਾਤਮਾ ਬੁੱਧ ਦੀ, ਕਾਰਨ ਔਰ ਕਾਰਜ ਦੀ, ਕਾਜ਼ ਐਂਡ ਇਫੈਕਟ ਦੀ। ਸਾਇੰਸ ਵੀ ਇਸੇ ਨੂੰ ਮੰਨਦੀ ਹੈ ਹੋਰ ਤਰੀਕੇ ਨਾਲ, ਵੀ ਹਰ ਚੀਜ਼ ਦਾ ਕੋਈ ਕਾਰਨ ਹੈ, ਉੱਥੋਂ ਇਫੈਕਟ ਪੈਦਾ ਹੁੰਦਾ, ਕਾਰਜ ਪੈਦਾ ਹੁੰਦਾ। ਤੋ ਮਹਾਤਮਾ ਬੁੱਧ ਨੇ ਇਹ ਬਹੁਤ ਜਟਿਲਤਾ ਵਾਲਾ ਸਿਧਾਂਤ ਦਿੱਤਾ। ਇਹ ਜੇ ਕੋਈ ਸਮਝੇ ਇਹਨੂੰ ਤਾਂ ਇਹਦੇ 'ਚੋਂ ਗਿਆਨ ਜ਼ਰੂਰ ਪ੍ਰਾਪਤੀ ਹੁੰਦੀ ਹੈ, ਭਾਵੇਂ ਆਪਾਂ ਨੂੰ ਬਹੁਤਾ ਸਹਾਈ ਨਹੀਂ ਹੈ ਰੱਬ ਦੇ ਰਸਤੇ 'ਚ, ਪਰ ਇਹਨੂੰ ਸਮਝਣ ਖਾਤਰ ਵੀ ਸੁਣ ਕਿਹਨੂੰ ਕਹਿੰਦਾ ਮਹਾਤਮਾ ਬੁੱਧ ਜੀ, ਕਿਹਨੂੰ ਕਹਿੰਦੇ ਆ ਸ਼ੂਨਯ। ਜਿੱਥੇ ਕੋਈ ਚੀਜ਼ ਪਹਿਲਾਂ ਹੁੰਦੀ ਹੈ, ਫਿਰ ਬਾਅਦ 'ਚੋਂ ਜਦੋਂ ਦਾ ਕਾਰਨ ਹਟ ਜਾਂਦਾ ਤਾਂ ਉਹ ਆਪ ਵੀ ਨਸ਼ਟ ਹੋ ਜਾਂਦੀ ਹੈ, ਉੱਥੇ ਸ਼ੂਨਯ ਪੈਦਾ ਹੋ। ਆ ਉਹਦਾ ਮਤਲਬ। ਈਸ਼ਵਰ ਨੂੰ ਉਹ ਕਹਿੰਦਾ ਵੀ ਕੋਈ ਦੁੱਖ ਸੁੱਖ ਈਸ਼ਵਰ ਕਰਕੇ ਨਹੀਂ ਆਉਂਦਾ, ਨਾ ਹੀ ਇਹ ਸ੍ਰਿਸ਼ਟੀ ਈਸ਼ਵਰ ਕਰਕੇ ਹੈ, ਇਹ ਕਾਜ਼ ਐਂਡ ਇਫੈਕਟ ਨਾਲ ਬਣੀ ਹੋਈ ਹੈ। ਇਹ ਇਹਦਾ ਕਾਰਨ ਜਦੋਂ ਹਟ ਜਾਂਦਾ ਇਹ ਮਿਟ ਜਾਂਦੀ, ਅਵਿਦਿਆ ਕਰਕੇ ਹੋ ਰਿਹਾ ਇਹ ਸਾਰਾ ਕੁਛ। ਤੋ ਸ਼ੂਨਯ ਦੇ ਵਿੱਚ ਸਭ ਚੀਜ਼ਾਂ ਦਾ ਨਿਸ਼ੇਧ ਹੈ, ਨਿਖੇਧੀ ਹੈ, ਜਿਹਨੂੰ ਵੇਦਾਂ ਦੇ ਵਿੱਚ ਨੇਤੀ ਨੇਤੀ ਕਿਹਾ ਜਾਂਦਾ ਹੈ, ਵੀ ਤੂੰ ਆ ਵੀ ਨਹੀਂ ਹੈ, ਤੂੰ ਆ ਵੀ ਨਹੀਂ। ਬ੍ਰਹਮ ਦਾ ਜਿਹੜਾ ਗਿਆਨ ਹੈ ਉਹਦੇ ਵਿੱਚ ਵੇਦਾਂ 'ਚ ਜ਼ਿਕਰ ਆਉਂਦਾ ਵੀ ਬ੍ਰਹਮ ਨੂੰ ਪੋਜ਼ੀਟਿਵਲੀ ਡਿਫਾਈਨ ਨਹੀਂ ਕਰਿਆ ਜਾ ਸਕਦਾ ਵੀ ਤੂੰ ਆਹ ਕੁਛ ਹੈ। ਹਾਲਾਂਕਿ ਗੁਰੂ ਨਾਨਕ ਪਾਤਸ਼ਾਹ ਨੇ ਡਿਫਾਈਨ ਕਰ ਦਿੱਤਾ ਜਪਜੀ ਸਾਹਿਬ ਦੇ ਮੋਹਰੇ ਹੀ ਮੂਲ ਮੰਤਰ 'ਚ, ਪਰ ਵੇਦ ਕਹਿੰਦੇ ਆ ਵੀ ਤੈਨੂੰ ਡਿਫਾਈਨ ਨਹੀਂ ਕਰਿਆ ਜਾ ਸਕਦਾ। ਹਾਂ, ਤੈਨੂੰ ਨੈਗੇਟਿਵਲੀ ਕਿਹਾ ਜਾ ਸਕਦਾ ਵੀ ਤੂੰ ਆ ਵੀ ਨਹੀਂ ਹੈ, ਤੂੰ ਆ ਵੀ ਨਹੀਂ ਹੈ, ਤੂੰ ਆ ਵੀ ਨਹੀਂ ਹੈ, ਉਹਨੂੰ ਕਹਿੰਦੇ ਨੇਤ ਨੇਤ। ਤੋ ਮਹਾਤਮਾ ਬੁੱਧ ਸ਼ੂਨਯ ਕਹਿਣ ਕਰਕੇ ਉਹ ਸਭ ਚੀਜ਼ਾਂ ਦਾ ਨਿਖੇਧ ਕਰਦਾ, ਯਾਨੀ ਸਭ ਚੀਜ਼ਾਂ ਨੂੰ ਉਹ ਮੰਨਦਾ ਨਹੀਂ ਵੀ ਇਹ ਹੁੰਦੀ ਹੈ, ਉਹ ਨੈਗੇਟਿਵਲੀ ਕਹਿੰਦਾ ਸਾਰੀਆਂ ਚੀਜ਼ਾਂ। ਤੋ ਬੁੱਧੀ ਨਿਰਵਾਣ ਨਹੀਂ ਪੈਦਾ ਕਰ ਸਕਦੀ ਕਿਸੇ ਦਾ ਵੀ, ਬੁੱਧੀ ਤੋਂ ਉੱਪਰ ਉੱਠਣਾ ਪੈਣਾ ਹੈ। ਉਹ ਜਿਹੜਾ ਸਪਿਰਚੁਅਲਿਟੀ ਆਊਗੀ, ਜਿਵੇਂ ਮਹਾਤਮਾ ਬੁੱਧ ਜੀ ਸਪਿਰਚੁਅਲ ਤਾਂ ਹੈਗੇ ਸੀਗੇ, ਬੇਸ਼ੱਕ ਉਹ ਡਿਵਾਈਨ ਨਹੀਂ ਸੀਗੇ, ਪਰ ਉਹ ਸਪਿਰਚੁਅਲ ਜ਼ਰੂਰ ਸੀਗੇ। ਇਹਨਾਂ ਗੱਲਾਂ 'ਚ ਵੀ ਫਰਕ ਹੈ, ਕਿਉਂਕਿ ਡਿਵਿਨਿਟੀ ਆਉਂਦੀ ਹੈ ਇੱਕ ਨਾਲ ਜੁੜ ਕੇ, ਵਨਨੈਸ ਨਾਲ, ਜਿਹੜਾ ਗੁਰੂ ਸਾਹਿਬ ਦਾ ਸਿਧਾਂਤ ਹੈ। ਸਪਿਰਚੁਅਲਿਟੀ ਵੈਸੇ ਵੀ ਆ ਸਕਦੀ ਹੈ, ਹਾਲਾਂਕਿ ਮੁਸ਼ਕਲ ਹੈ, ਲੇਕਿਨ ਤਪੱਸਿਆ ਨਾਲ ਆ ਜਾਂਦੀ ਹੈ। ਮਹਾਤਮਾ ਬੁੱਧ ਜੀ ਸਪਿਰਚੁਅਲ ਸੀਗੇ। ਤੋ ਇਹ ਜਿਹੜਾ ਫਿਰ ਆਊਗਾ ਨਿਰਵਾਣ ਜਾਂ ਸ਼ੂਨਯ, ਇਹ ਪ੍ਰਗਿਆ ਨਾਲ ਆਉਂਦਾ। ਪ੍ਰਗਿਆ ਉਹ ਬ੍ਰਹਮ ਗਿਆਨ ਨੂੰ ਕਹਿੰਦੇ ਜਿਹੜਾ ਬੁੱਧੀ ਦੇ ਤਲ ਤੋਂ ਉੱਪਰ ਹੁੰਦਾ। ਇਹਦੇ 'ਚ ਇੱਕ ਸ਼ਬਦ ਆਉਂਦਾ ਸ਼ਣਕਵਾਦ। ਉਹ ਸ਼ਣਕ ਦਾ ਮਤਲਬ ਵੀ ਇਹੀ ਹੁੰਦਾ ਵੀ ਕਾਰਨ 'ਤੇ ਨਿਰਭਰ ਕਰਨਾ, ਸ਼ਣਕ ਕਾਰਨ ਨੂੰ ਕਹਿੰਦੇ। ਸ਼ੂਨਯ ਦੇ ਵਿੱਚ ਹਾਂ ਵੀ ਹੁੰਦੀ ਹੈ, ਨਾ ਵੀ ਹੁੰਦੀ ਹੈ। ਆਹ ਹੈ ਜਟਲਤਾ ਜਿਹੜੀ ਬੁੱਧੀ ਮੰਨਦੀ ਨਹੀਂ ਹੈ, ਵੀ ਜੇ ਹਾਂ ਹੈਗੀ ਹੈ ਫਿਰ ਨਾ ਕਾਤੇ, ਪਰ ਦੋਹੇ ਹੁੰਦੀਆਂ। ਅੱਜ ਇੱਕ ਵਸਤੂ ਹੈ, ਕੱਲ੍ਹ ਨੂੰ ਜਿਸ ਚੀਜ਼ ਨੇ ਉਹ ਵਸਤੂ ਬਣਾਈ ਸੀ ਉਹਦਾ ਕਾਰਨ ਮਿਟ ਗਿਆ, ਉਹ ਵਸਤੂ ਨੇ ਵੀ ਮਿਟ ਜਾਣਾ। ਅੱਜ ਆਤਮਾ ਹੈਗੀ ਸਾਡੇ ਅੰਦਰ ਬੋਲ ਰਿਹਾ, ਜਿਹਨੂੰ ਆਪਾਂ ਕਹਿੰਦੇ ਆਤਮ ਰਾਮ। ਜਦੋਂ 5 ਇੰਦਰੀਆਂ ਮਿਟ ਗਈਆਂ, 5 ਸਕੰਧ ਖਤਮ ਹੋ ਗਏ, ਆਤਮਾ ਨੇ ਵੀ ਖਤਮ ਹੋ ਜਾਣਾ, ਸਰੀਰ ਨੇ ਵੀ ਖਤਮ ਹੋ ਜਾਣਾ। ਇਹ ਚੀਜ਼ ਹੈ ਵੀ ਇਹ ਹਾਂ ਵੀ ਹੈ, ਨਾ ਵੀ ਹੈ, ਐਗਜ਼ਿਸਟੈਂਸ ਆਫ ਨਾਨ ਐਗਜ਼ਿਸਟੈਂਸ। ਤੋ ਕੋਸ਼ਿਸ਼ ਤਾਂ ਕਰੀਏ ਦਾਸਰੇ ਨੇ ਆਪਣੇ ਵੱਲੋਂ ਸਮਝਾਉਣ ਦੀ। ਇਹ ਚੀਜ਼ ਨੂੰ ਬਾਰ-ਬਾਰ ਪੜ੍ਹਿਓ ਔਰ ਸੁਣਿਓ। ਜੇ ਕਿਤੇ ਕੋਈ ਔਖਿਆਈ ਆਵੇ ਤਾਂ ਦਾਸਰੇ ਨੂੰ ਫੋਨ ਵੀ ਕਰ ਸਕਦੇ, ਤੋ ਸਮਝ ਆ ਜਾਏਗੀ। ਸ਼ੂਨਯ ਨੂੰ ਸਮਝਣਾ ਇੰਨਾ ਸੌਖਾ ਨਹੀਂ ਹੈ ਜਿਵੇਂ ਬਾਣੀ 'ਚ ਆਪਾਂ ਸਿੱਧੇ ਜਿਹੇ ਅਰਥ ਕਰਕੇ ਅੱਗੇ ਨਿਕਲ ਜਾਂਦੇ ਵੀ ਸੁੰਨ ਤੇ 10 ਅਵਤਾਰ ਪੈਦਾ ਹੋਏ। ਉਹ ਕਿਹੜਾ ਸੁੰਨ ਹੈ? ਬੁੱਧ ਵਾਲਾ ਸੁੰਨ ਨਹੀਂ। ਜੋਗੀ, ਕੰਨ ਪਾਟੇ, ਸਿੱਧ, ਇਹ ਤਿੰਨੇ ਸੁੰਨ ਨੂੰ ਮੰਨਦੇ ਸ਼ੂਨਯ ਨੂੰ, ਲੇਕਿਨ ਰੱਬ ਨੂੰ ਨਹੀਂ ਮੰਨਦੇ। ਦੇਖੋ ਵਿਡੰਬਣਾ, ਸ਼ੂਨਯ ਨੂੰ ਮੰਨਦੇ, ਨਿਰਵਾਣ ਨੂੰ ਵੀ ਮੰਨਦੇ। ਹੁਣ ਨਿਰਵਾਣ ਗੁਰਬਾਣੀ ਦਾ ਹੋਰ ਹੈ, ਮਹਾਤਮਾ ਬੁੱਧ ਦਾ ਹੋਰ ਹੈ। ਆਪਾਂ ਤਾਂ ਕਹਿੰਦੇ ਵੀ ਜਿਹੜਾ ਗੁਰੂ ਨੇ ਕਿਰਪਾ ਕਰੀ ਪਰਮਾਤਮਾ ਦੇ ਵਿੱਚ ਮਿਲਾ ਦਿੱਤਾ, ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ, ਉਹ ਨਿਰਵਾਣ ਹੈ, ਉਹ ਪਰਮ ਸੱਤ ਹੈ, ਉਹ ਸਾਡੀ ਪਰਿਕਾਸ਼ਠਾ ਹੈ, ਯਾਨੀ ਆਖਰੀ ਸੱਚ ਉਹ ਹੈ। ਜਦ ਬੰਦਾ ਰੱਬ ਨਾਲ ਮਿਲਦਾ ਉਹ ਪਰਮ ਸੱਤ ਹੈ। ਮਹਾਤਮਾ ਬੁੱਧ ਉਹਨੂੰ ਨਹੀਂ ਕਹਿੰਦਾ, ਉਹ ਕਹਿੰਦਾ ਵੀ ਜਦੋਂ ਸ਼ੂਨਯ ਪੈਦਾ ਹੋ ਗਿਆ ਸਾਡੇ ਅੰਦਰੋਂ, ਦੁੱਖ ਨਾਸ ਹੋ ਗਏ, ਜਨਮ ਮਰਨ ਮਿਟ ਗਿਆ, ਵੇਦਨਾ ਖਤਮ ਹੋ ਗਈ, ਸੰਸਕਾਰ ਮਿਟ ਗਏ, ਵੀ ਇਹੀ ਇਹ ਸਭ ਤੋਂ ਪਰਮ ਸੀਮਾ ਇਹ ਹੈ, ਪਰਿਕਾਸ਼ਠਾ ਕਹਿੰਦਾ ਇਹਨੂੰ। ਤੋ ਸਾਧ ਸੰਗਤ ਜੀਓ, ਵਿਚਾਰਾ ਤਾਂ ਹੋਰ ਵੀ ਹੈ, ਪਰ ਚਲੋ ਫਿਰ ਦੇਖਾਂਗੇ ਜੇ ਸਮਾਂ ਲੱਗਿਆ ਵਿੱਚੋਂ ਹੋਰ ਕਿਤੇ ਕਰ ਦਾਂਗੇ। ਔਰ ਟਾਈਮ ਵੀ ਦੇਖੀਏ, ਲਗਭਗ 50 ਮਿੰਟ ਹੋਣ ਨੂੰ ਆ ਰਹੇ। ਮਾਫ ਵੀ ਕਰ ਦਿਓ ਇਸ ਗੱਲ ਤੋਂ, ਕਿਉਂਕਿ ਇਸ ਗਰੁੱਪ ਵਿੱਚ ਸਾਰੇ ਸਮਝਣ ਵਾਲੇ ਨਹੀਂ ਹੈ ਇਸ ਗੱਲ ਨੂੰ। ਕੁਛ ਦੂਜੇ ਵੀ ਹੈ ਜਿਹੜੇ ਸਰਲਤਾ ਚਾਹੁੰਦੇ ਆ, ਤਾਂ ਉਹਨਾਂ ਤੋਂ ਮੈਂ ਮਾਫੀ ਮੰਗਦਾ।
ਪਰ ਜੇ ਗੁਰਬਾਣੀ ਸਮਝਣੀ, ਗੁਰਬਾਣੀ ਕਿਹੜੇ ਸੌਖੀ ਸਮਝ ਆਉਂਦੀ ਹੈ। ਜੇ ਅਸੀਂ ਸਮਝਦੇ ਹਾਂ ਵੀ ਸਮਝ ਆ ਗਈ ਸਾਨੂੰ ਬੁੱਧੀ ਨਾਲ, ਤਾਂ ਸਾਡੀ ਗਲਤ ਫਹਿਮੀ ਹੈ। ਜੋ ਲਿਖਿਆ ਵਾ ਉਸ ਤਰ੍ਹਾਂ ਹੁੰਦਾ ਹੀ ਨਹੀਂ ਕਦੇ ਵੀ। ਸ਼ਬਦਾਂ ਮਾਹੇ ਵਿਖਾਣੀ ਹੈ, ਬਿਰਲਾ ਤਾਂ ਬੁੱਝੇ ਕੋਈ। ਉਹ ਜਿਹੜਾ ਬੁੱਝਣਾ ਹੈ ਉਹ ਬਹੁਤ ਮੁਸ਼ਕਲ ਹੈ, ਉਹ ਸੌਖਾ ਨਹੀਂ ਹੈ। ਗੁਰੂ ਕਿਰਪਾ ਬਿਨਾਂ ਨਹੀਂ ਆਉਂਦਾ ਬੁੱਝਣਾ। ਇੱਕ ਜਗ੍ਹਾ ਗੁਰਬਾਣੀ 'ਚ ਆਉਂਦਾ ਹੈ, ਪੋਥੀ ਪੁਰਾਣ ਕਮਾਈਏ, ਭਉ ਬੱਟੀ ਇਸਤਨ ਪਾਈਏ, ਸੱਚ ਬੂਝਣ ਆਣ ਜਲਾਈਏ। ਭਾਈ ਆਪਾਂ ਗੁਰਬਾਣੀ ਪੜ੍ਹਦੇ, ਪੋਥੀ ਪੁਰਾਣ ਕਮਾਈਏ, ਉਹਨੂੰ ਕਮਾਉਂਦੇ ਹਾਂ ਗੁਰਬਾਣੀ ਨੂੰ। ਸਾਰਾ ਦਿਨ ਸਿੱਖ ਦਾ ਕਰਮ ਹੈ। ਗੁਰਦੁਆਰੇ ਸਾਹਿਬ ਵੀ ਜਾਂਦੇ, ਸੰਗਤਾਂ ਵੀ ਕਰਦੇ। ਭਉ ਬੱਟੀ ਇਸਤਨ ਪਾਈਏ, ਜੇ ਭਉ ਨਹੀਂ ਨਾ ਪਿਆ ਸਾਡੇ ਅੰਦਰ, ਬੱਟੀ ਦੀਵੇ 'ਚ ਪੈਂਦੀ ਹੈ ਭਉ ਦੀ, ਜੇ ਭਉ ਹੀ ਨਹੀਂ ਪਿਆ ਅੰਦਰ, ਨਿਰਮਲ ਭਉ ਕਹਿੰਦੇ ਜਿਹਨੂੰ, ਤਾਂ ਅਸੀਂ ਰੱਬ ਕੰਨੀ ਕਿਵੇਂ ਜਾਊਂਗੇ। ਔਰ ਅਗਲੀ ਗੱਲ, ਜੇ ਬੱਤੀ ਉਹ ਨਹੀਂ ਪਈ, ਜੇ ਬੱਤੀ ਪੈਗੀ ਭਉ ਦੀ, ਫਿਰ ਸੱਚ ਬੁੱਝਣ ਆਣ ਜਲਾਈਏ। ਜਿਹੜਾ ਬੁੱਝਣਾ ਹੈ ਉਹ ਸੱਚ ਹੈ, ਉਹ ਅਗਨੀ ਹੈ ਜਿਹੜੀ ਬੱਤੀ ਨੂੰ ਦਿੰਦੇ ਆਪਾਂ ਸੀਖ ਬਾਲ ਕੇ। ਸੱਚ ਬੁੱਝਣ ਆਣ ਜਲਾਈਏ। ਜੇ ਬੁੱਝਣਾ ਗੁਰੂ ਸਾਹਿਬ ਨੇ ਦੇਤਾ, ਪਰਮਾਤਮਾ ਨੇ ਕਿਰਪਾ ਕਰ ਦਿੱਤੀ, ਫਿਰ ਇਹ ਦੀਵੇ ਨੇ ਜਗਣਾ। ਇਕੱਲੇ ਪੋਥੀ ਪੁਰਾਣ ਕਮਾਉਣ ਨਾਲ ਨਹੀਂ ਗੱਲ ਬਣਨੀ ਕਿਸੇ, ਨਾ ਬਣਦੀ ਹੈ। ਦੇਖ ਵੀ ਲਓ, ਸੱਚ ਇਹੀ ਹੈ। ਪੋਥੀ ਪੁਰਾਣ ਕਮਾ ਕੇ ਅੰਦਰ ਨਿਰਮਲ ਭਉ ਪੈਦਾ ਹੋਊਗਾ। ਨਿਰਮਲ ਭਉ ਦੇ ਨਾਲ ਉਹ ਹੋਊਗਾ, ਜੇ ਗੁਰੂ ਭੇਂਟ ਹੋਊਗੀ ਤਾਂ ਫਿਰ ਨਿਰਮਲ ਭਉ ਪਊਗਾ। ਨਿਰਮਲ ਭਉ ਤੇ ਅੱਗੇ ਫਿਰ ਬੁੱਝਣਾ ਆਊਗਾ ਜਿੱਤਾਂ। ਉਹ ਬੁੱਝਣਾ ਜਿਹੜਾ ਉਹ ਹੈ ਗਿਆਨ ਦਾ, ਜਿਹੜਾ ਆਪਾਂ ਅਗਨੀ ਦਿੰਦੇ ਮਨ ਦੇ ਵਿੱਚ ਦੀਵੇ ਨੂੰ, ਉਸ ਤਰ੍ਹਾਂ ਹੀ ਮਨ ਵਿੱਚ ਹੈ ਬੁੱਝਣਾ, ਫਿਰ ਸਾਨੂੰ ਪ੍ਰਾਪਤੀ ਹੋ ਸਕਦੀ। ਤੋ ਇੰਨਾ ਸੌਖਾ ਨਹੀਂ ਹੈ ਜਿਵੇਂ ਆਪਾਂ ਸਮਝੀ ਬੈਠੇ ਹਾਂ। ਬਹੁਤ ਸਾਰੇ ਵਿਦਵਾਨ ਲੋਕ ਜਿਹੜੇ ਸਿੱਖ ਧਰਮ ਵਿੱਚ ਪ੍ਰਮੁੱਖ ਵੀ ਹੈ ਕਈ, ਉਹ ਬੁੱਧੀ ਨਾਲ ਵਿਆਖਿਆ ਕਰ ਰਹੇ ਇਸ ਚੀਜ਼ ਦੀ। ਬੁੱਧੀ ਨਾਲ ਇੱਕਣ ਨਹੀਂ ਹੁੰਦੀ। ਬੁੱਧੀ ਇਨਰ ਰਿਲੇਸ਼ਨ ਹੈ। ਜਿਹੜੇ ਗੁਰਬਾਣੀ ਦੇ ਅੱਖਰ ਹੈ ਉਹ ਵੀ ਇਨਰ ਰਿਲੇਸ਼ਨ ਹੈ। ਜਿਹੜਾ ਗੁਰਬਾਣੀ ਦਾ ਗਿਆਨ ਹੈ ਉਹ ਐਬਸੋਲਿਊਟ ਹੈ। ਅੱਖਰਾਂ ਦੇ ਨਾਲ ਆਪਾਂ ਹੋਰ ਦਾ ਹੋਰ ਮਤਲਬ ਕੱਢ ਲੈਂਦੇ ਹਾਂ, ਉਹ ਇਨਰ ਰਿਲੇਸ਼ਨ ਬਣ ਜਾਂਦਾ। ਸਾਡੀ ਬੁੱਧੀ ਦੇ ਰਿਲੇਸ਼ਨ ਵਿੱਚ ਆ ਗਈ ਗੱਲ। ਉਹ ਜਿਹਦੀ ਜਿੰਨੀ ਬੁੱਧੀ ਹੈ ਉਹਨੂੰ ਉਸ ਤਰ੍ਹਾਂ ਤੋੜ ਲੈਂਦਾ, ਉਹਦੇ ਗਿਆਨ ਨੂੰ, ਗੁਰਬਾਣੀ ਦੇ ਨੂੰ। 20 ਅਰਥ ਵੀ ਕਰੇ ਵੇ ਲੋਕਾਂ ਨੇ ਇੱਕ ਇੱਕ ਤੁਕ। ਤੋ ਜਿਹੜਾ ਫਿਰ ਅਸਲੀ ਬ੍ਰਹਮ ਗਿਆਨ ਹੋਊਗਾ ਉਹ ਇੱਕ ਤੋਂ ਦੂਜਾ ਅਰਥ ਕਰੇ ਨਹੀਂ ਸਕਦਾ। ਉਹ ਹੈ ਬੁੱਝਣਾ। ਤੋ ਬੁੱਝਣਾ ਜਦੋਂ ਆਊਗਾ ਫਿਰ ਸਾਡਾ ਦੀਵਾ ਬਣੂਗਾ ਅੰਦਰ ਭਾਈ। ਇਹ ਦੀਵਾ ਮਹਾਤਮਾ ਬੁੱਧ ਦਾ ਕਾਫੀ ਹੱਦ ਤੱਕ ਬਲਿਆ, ਲੇਕਿਨ ਉਹ ਡਿਵਿਨਿਟੀ ਵਿੱਚ ਨਹੀਂ ਜਾ ਸਕਿਆ। ਉਹ ਰੱਬ ਨੂੰ ਮੰਨਦੇ ਨਹੀਂ ਸੀਗੇ। ਇਸੀ ਕਰਕੇ ਉਹਨਾਂ ਨੂੰ ਹਿੰਦੁਸਤਾਨ ਦੇ 'ਚ ਜਗ੍ਹਾ ਉਹਨਾਂ ਦੀ ਖਤਮ ਕਰਤੀ। ਬ੍ਰਾਹਮਣੀ ਧਰਮ ਨੇ ਐਸਾ ਪਰਸੇਟਾ ਮਾਰਿਆ ਵੀ ਬੁੱਧ ਧਰਮ ਇੰਨਾ ਫੈਲਿਆ ਹੋਇਆ, ਇੱਥੋਂ ਕੱਢੇ ਦਿੱਤਾ। ਬਾਹਰ ਦੇਸ਼ਾਂ 'ਚ ਅਜਾ ਵੀ ਹੈਗਾ, ਪਰ ਹਿੰਦੁਸਤਾਨ ਤਾਂ ਹੁਣ ਕਿਤੇ ਟਾਮਾ ਟੱਲਾ ਹੀ, ਕੋਈ ਬੁੱਧ ਭਿਕਸ਼ੂ ਦਿਖਦਾ ਨਹੀਂ, ਤਾਂ ਹੈ ਹੀ ਨਹੀਂ। ਤੋ ਸਾਰੇ ਲੋਕਾਂ ਨੂੰ ਭਿਕਸ਼ੂ ਨੂੰ ਮੰਗਣ ਲਗਾਉਣਾ, ਇਹ ਵੀ ਗੱਲ ਠੀਕ ਨਹੀਂ ਗੁਰਮਤਿ ਦੇ ਨੁਕਤਾ ਨਿਗਾਹ ਤੋਂ। ਕੰਮ ਕਰੋ, ਕੰਮ ਕਰੇ ਹੋਏ 'ਚੋਂ ਕਿਸੇ ਨੂੰ ਖਿਲਾਓ, ਸਗੋਂ ਬਜਾਏ ਅਸੀਂ ਕਿਸੇ ਦੇ ਦਰ ਪਰ ਜਾਈਏ ਮੰਗਤੇ ਬਣੀਏ। ਸਿੱਖ ਨੂੰ ਤਾਂ ਦਾਤਾ ਬਣਾਇਆ। ਤੋ ਗੱਲਾਂ ਤਾਂ ਬਹੁਤ ਹੈ ਹੋਰ ਵੀ ਕਰਨ ਵਾਲੀਆਂ, ਪਰ ਆਪਾਂ ਸੰਖੇਪ ਕਰੀਏ। ਤੋ ਕੋਈ ਅਪਸ਼ਬਦ ਦੀ ਖਿਮਾ ਦਿਓ ਅਸੀਸਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।